ਸਾਹਿਬ ਜੀ। ਜਿਸ ਸਿਮਰਤ ਦੁੱਖ ਡੇਰਾ ਟਹੈ, ਜਿਸ ਸਿਮਰਤ ਜਮ ਕਿਛ ਨਾ ਕਹੈ, ਜਿਸ ਸਿਮਰਤ ਹੋਤ ਸੂਕੇ ਹਰੇ, ਜਿਸ ਸਿਮਰਤ ਡੂਬਤ ਪਾਹੁਨ ਤਰੇ, ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਣ ਆਧਾਰ, ਕਹੋ ਨਾਨਕ ਮੇਰੀ ਸੁਣੀ ਅਰਦਾਸ, ਸੰਤ ਪ੍ਰਸਾਦ ਮੋਕਉ ਨਾਮ ਨਿਵਾਸ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਕਾਇਆ ਕਾਮਣਾ ਅਤ ਸੁਆਲਿਓ, ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣਾ, ਗੁਰ ਕਾ ਸ਼ਬਦ ਸੰਭਾਲੇ, ਹਰਿ ਕੀ ਭਗਤ ਸਦਾ ਰੰਗ ਰਾਤਾ, ਹਉਮੈ ਵਿਚੋਂ ਜਾਲੇ, ਕਾਇਆ ਕਾਮਣਾ ਅਤ ਸੁਆਲਿਓ, ਪਿਰ ਵਸੈ ਜਿਸ ਨਾਲੇ, ਪਿਰ ਸੱਚੇ ਤੇ ਸਦਾ ਸੁਹਾਗਣਾ, ਗੁਰ ਕਾ ਸ਼ਬਦ ਸੰਭਾਲੇ, ਹਰਿ ਕੀ ਭਗਤ ਸਦਾ ਰੰਗ ਰਾਤਾ, ਹਉਮੈ ਵਿਚੋਂ ਜਾਲੇ, ਵਾਹ ਵਾਹ
ਪੂਰੇ ਗੁਰ ਕੀ ਬਾਣੀ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਵਾਹੋ ਵਾਹੋ ਪੂਰੇ ਗੁਰ ਕੀ ਬਾਣੀ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਦ ਵਿੱਚ, ਗੁਰੂ ਪਿਆਰ ਸ਼ਰਧਾ ਸਤਿਕਾਰ ਵਿੱਚ ਅਦਬ ਭਾਵਨਾ ਸਹਿਤ ਜੁੜ ਬੈਠੇ ਸਮੂਹ ਗੁਰਸਿੱਖ ਸਤਸੰਗੀ ਜਨੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਪਵਿੱਤਰ ਬਚਨ ਤੀਜੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 754 ਅੰਕ ਦੇ ਉੱਤੇ ਸੁਭਾਇਮਾਨ ਹੈ। ਸਤਿਗੁਰੂ ਜੀ ਨੇ ਪਾਵਨ ਪਵਿੱਤਰ ਬਖਸ਼ਿਸ਼ ਕੀਤੀ, ਕਿਰਪਾ ਕੀਤੀ ਹੈ। ਸਾਨੂੰ ਦਰਗਾਹੀ ਬਚਨ ਇਹ ਬਖਸ਼ਿਸ਼ ਕੀਤਾ ਹੈ। ਆਪਾਂ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਸਤਿਗੁਰੂ ਜੀ ਦੀ ਜਿਹੜੀ ਬਾਣੀ ਹੈ, ਇਹ ਦਰਗਾਹ ਵਿੱਚੋਂ ਆਈ ਹੈ। ਅਕਾਲ ਪੁਰਖ ਦੀ ਇਹ ਹੁਕਮ ਨਾਲ ਸੰਸਾਰ ਨੂੰ ਤਾਰਨ ਵਾਸਤੇ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਹ ਬਾਣੀ ਮਹਾਂਪੁਰਖਾਂ ਦੀ ਹੈ। ਉਹ ਰੱਬੀ ਬੋਲ ਨੇ ਜਿਹੜੀ ਸਾਡੀ ਆਤਮਾ ਨੂੰ ਪਰਮ ਆਤਮਾ ਵਿੱਚ ਲੀਨ ਕਰਨ ਦੀ ਸਮਰੱਥਾ ਰੱਖਦੇ ਨੇ, ਸਾਡੇ ਦੁੱਖਾਂ ਨੂੰ ਸੁੱਖਾਂ ਵਿੱਚ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਨੇ। ਜੇ ਮਨੁੱਖ ਇਸ ਪਾਵਨ ਪਵਿੱਤਰ ਬਾਣੀ ਨੂੰ ਆਪਣਾ ਇਸ਼ਟ ਮੰਨ ਕੇ ਇਹਦੇ ਹੁਕਮ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ ਤੇ ਉਹ ਪਰਮ ਪਦਵੀ, ਮਹਾਨ ਪਦਵੀ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰੂ ਜੀ ਇੱਥੋਂ ਤੱਕ ਵੀ ਬਾਣੀ ਵਿੱਚ ਜ਼ਿਕਰ ਕਰਦੇ ਹੈ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡ ਅਵਰ ਨਾ ਕੋਈ। ਇਹ ਬਾਣੀ ਨਿਰੰਕਾਰ ਦਾ ਸਰੂਪ ਹੈ ਤੇ ਇਹਦੇ ਮੁਕਾਬਲੇ ਤੇ, ਇਹਦੇ ਬਰਾਬਰ ਕੋਈ ਹੋਰ ਕਿਸੇ ਦਾ ਕੋਈ ਬਿਆਨ ਕੀਤਾ ਹੋਇਆ ਲਫ਼ਜ਼ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਹੈ, ਬਾਣੀ ਕੀ ਹੈ? ਸਾਹਿਬ ਕਹਿੰਦੇ, ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਵਿੱਚ ਤੇ ਗੁਰੂ ਵਿੱਚ, ਗੁਰੂ ਵਿੱਚ ਤੇ ਬਾਣੀ ਵਿੱਚ ਕੋਈ ਭੇਦ ਨਹੀਂ ਹੈ। ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ। ਗੁਰੂ ਦਾ ਸਰੂਪ ਬਾਣੀ ਹੈ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਬਾਣੀ ਦੇ ਵਿੱਚ ਕੀ ਹੈ? ਬਾਣੀ ਗੁਰੂ, ਗੁਰੂ ਹੈ ਬਾਣੀ। ਇਹਦੇ ਵਿੱਚ ਕੀ ਹੈ? ਵਿੱਚ ਬਾਣੀ ਅੰਮ੍ਰਿਤ। ਬਾਣੀ ਦੇ ਵਿੱਚ ਅੰਮ੍ਰਿਤ ਭਰਿਆ ਹੋਇਆ ਹੈ। ਉਹ ਅੰਮ੍ਰਿਤ ਹੈ ਜਿਹੜਾ ਸਾਨੂੰ ਜੀਵਨ, ਆਤਮਿਕ ਜੀਵਨ ਦਿੰਦਾ ਹੈ। ਸੰਸਾਰਿਕ ਜੀਵਨ ਤੇ ਮਨੁੱਖ ਪਦਾਰਥਾਂ ਨਾਲ ਸੁਹਾਵਣਾ ਬਣਾ ਸਕਦਾ ਹੈ, ਲੇਕਿਨ ਆਤਮਿਕ ਜੀਵਨ ਕਿਸੇ ਧਨ ਨਾਲ ਸੁਹਾਵਣਾ ਨਹੀਂ ਬਣਦਾ। ਯਾਦ ਰੱਖੋ, ਜੇ ਆਤਮਿਕ ਜੀਵਨ ਸੁਹਾਵਣਾ ਨਾ ਵੀ ਹੋਵੇ, ਸੰਸਾਰਿਕ ਜੀਵਨ ਸੁਹਾਵਣਾ ਬਣ ਵੀ ਜਾਵੇ ਤੇ ਉਸ ਮਨੁੱਖ ਦੇ ਅੰਦਰ ਦੀ ਬੇਚੈਨੀ ਕਦੇ ਖਤਮ ਨਹੀਂ ਹੁੰਦੀ। ਅੰਦਰ ਦੀ ਬੇਚੈਨੀ ਉਦੋਂ ਹੀ ਖਤਮ ਹੁੰਦੀ ਹੈ
ਜਦੋਂ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਆਤਮਾ ਨੂੰ ਜੋੜਦਾ ਹੈ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਆਪਣੇ ਜੀਵਨ ਨੂੰ ਬਸਰ ਕਰਦਾ ਹੈ। ਸਤਿਗੁਰੂ ਜੀ ਨੇ ਸਾਨੂੰ ਇਹ ਖਜ਼ਾਨਾ, ਅੰਮ੍ਰਿਤ ਖਜ਼ਾਨਾ ਬਖਸ਼ਿਆ ਕਿ ਇਹ ਬਾਣੀ ਜਿਹੜੀ ਹੈ ਇਹ ਅੰਮ੍ਰਿਤ ਨਾਲ ਭਰੀ ਹੋਈ ਹੈ। ਕੁਝ ਵੀਰ, ਕੁਝ ਐਸੇ ਵੀ ਮਿਲਦੇ ਨੇ ਜਿਹੜੇ ਕਹਿੰਦੇ ਕਿ ਆਹ ਸ਼ਬਦ ਪੜ੍ਹ ਲਓ, ਆਹ ਮਿਲ ਜਾਏਗਾ, ਉਹ ਸ਼ਬਦ ਪੜ੍ਹੋ, ਉਹ ਮਿਲ ਜਾਏਗਾ। ਲੇਕਿਨ ਸਤਿਗੁਰੂ ਜੀ ਤੋਂ ਪੁੱਛੀਏ ਤੇ ਕਿਹੜੀ ਬਾਣੀ ਹੈ ਜਿਹਦੇ ਵਿੱਚ ਅੰਮ੍ਰਿਤ ਹੈ, ਜੀਵਨ ਜਿਹਦੇ ਵਿੱਚ ਜੀਵਨ ਹੈ। ਤੇ ਇੱਕ ਗੱਲ ਯਾਦ ਵਿੱਚ ਰੱਖ ਲਿਆ ਜੀ, ਗੁੜ ਨੂੰ ਜਿਹੜੇ ਪਾਸੋਂ ਖਾਓਗੇ ਮਿੱਠਾ ਹੋਵੇਗਾ, ਮਿਸ਼ਰੀ ਜਿੱਧਰੋਂ ਖਾਓਗੇ ਉਧਰੋਂ ਹੀ ਮਿੱਠੀ ਹੈ। ਇਸ ਕਰਕੇ ਸਤਿਗੁਰੂ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੀ ਬਾਣੀ ਅੰਮ੍ਰਿਤ ਨਾਲ ਭਰੀ ਹੋਈ ਹੈ। ਇਹ ਉਹ ਅੰਮ੍ਰਿਤ ਨਾਮ ਰੂਪੀ ਖਜ਼ਾਨਾ ਜਿਹੜਾ ਬਾਣੀ ਦੇ ਵਿੱਚ ਹੈ, ਜਿਹੜੇ ਸਤਿਪੁਰਸ਼ ਨੇ ਇਹਨੂੰ ਜਪ ਕਰਕੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਦਾ ਆਨੰਦ ਮਾਣਦੇ ਨੇ। ਦੁੱਖਾਂ ਵਿੱਚ ਵੀ ਉਹ ਸੁੱਖ ਮਨਾ ਲੈਂਦੇ ਨੇ, ਦੁੱਖ ਵਿੱਚੋਂ ਵੀ ਸੁੱਖ ਲੱਭ ਲੈਂਦੇ ਨੇ। ਉਹਨਾਂ ਨੂੰ ਕੋਈ ਦੁਖੀ ਕਰਨ ਦੀ ਵੀ ਕੋਸ਼ਿਸ਼ ਕਰੇ ਨਹੀਂ ਕਰ ਸਕਦਾ। ਜਿਹੜਾ ਸੰਸਾਰ ਹੈ ਨਾ, ਸੰਸਾਰ ਪਦਾਰਥਾਂ ਵਿੱਚ ਖਚਤ ਹੋ ਜਾਂਦਾ ਹੈ ਤੇ ਕਈ ਤਰ੍ਹਾਂ ਦੀ ਹਉਮੈ ਦਾ ਸ਼ਿਕਾਰ ਹੋ ਜਾਂਦਾ ਹੈ। ਜਿਹੜੀ ਹਉਮੈ ਹੈ, ਅੰਦਰ ਈਗੋ ਹੈ, ਇਹ ਕਈ ਤਰ੍ਹਾਂ ਨਾਲ ਆ ਜਾਂਦੀ ਹੈ। ਕਿਸੇ ਬੰਦੇ ਦੇ ਮਨ ਵਿੱਚ ਹੰਕਾਰ, ਈਗੋ, ਹਉਮੈ ਇਹ ਆਉਂਦੀ ਹੈ ਕਿ ਮੇਰੇ ਕੋਲ ਧਨ ਬੜਾ ਹੈ, ਮੈਂ ਧਨ ਨਾਲ ਬੜਾ ਕੁਛ ਕਰ ਸਕਦਾ ਹਾਂ। ਲੇਕਿਨ ਕਈ ਵਾਰ ਇੱਥੇ ਬੜੇ ਬੜੇ ਰਾਜੇ ਮਹਾਰਾਜੇ ਆਏ ਜਿਨ੍ਹਾਂ ਦੇ ਰਾਜ ਵਿੱਚ ਸੂਰਜ ਨਹੀਂ ਛਿਪਦਾ, ਬੜੇ ਧਨੀ ਆਏ, ਬੜੇ ਧਨਾੜ ਲੋਕ ਆਏ, ਲੇਕਿਨ ਅੰਤ ਸਮੇਂ ਉਹਨਾਂ ਨੂੰ ਇਸ ਫਾਨੀ ਸੰਸਾਰ ਤੋਂ ਖਾਲੀ ਹੱਥ ਜਾਣਾ ਪਿਆ। ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਪਿਆ। ਧਨ ਉਹਨਾਂ ਦੀ ਕੋਈ ਮਦਦ ਨਾ ਕਰ ਸਕਿਆ, ਧਨ ਉਹਨਾਂ ਦੇ ਕਿਸੇ ਕੰਮ ਨਾ ਆ ਸਕਿਆ। ਕੋਈ ਬੰਦਾ ਕਵੇ ਮੇਰੇ ਕੋਲ ਹਥਿਆਰ ਬੜੇ ਨੇ, ਮੇਰੇ ਕੋਲ ਗਨਮੈਨ ਬੜੇ ਨੇ, ਪਰ ਉਹ ਵੀ ਕਿਸੇ ਕੰਮ ਨਹੀਂ ਆਉਂਦੇ। ਹਉਮੈ ਵਿੱਚ ਮਨੁੱਖ ਹਥਿਆਰਾਂ ਦਾ ਮਾਣ ਕਰਦਾ ਹੈ, ਹੰਕਾਰ ਕਰਦਾ ਹੈ, ਕਿਤੇ ਧਨ ਦਾ ਹੰਕਾਰ ਕਰਦਾ ਹੈ, ਕਿਤੇ ਆਪਣੀ ਖੂਬਸੂਰਤੀ ਦਾ ਵੀ ਇਹ ਮਾਣ ਹੰਕਾਰ ਕਰ ਲੈਂਦਾ ਹੈ, ਤੇ ਕਿਤੇ ਗਿਆਨ ਦਾ ਵੀ ਇਹਨੂੰ ਹੰਕਾਰ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਜੇ ਕੋਈ ਬੰਦਾ ਕਵੇ ਕਿ ਮੈਂ ਬਹੁਤ ਮਹਾਨ ਹਾਂ, ਬੜਾ ਤਾਕਤਵਰ ਹਾਂ, ਬੜਾ ਸ਼ਕਤੀਸ਼ਾਲੀ ਹਾਂ, ਸਤਿਗੁਰੂ ਜੀ ਕਹਿੰਦੇ ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤੁਰਦਸੇ ਬਸੰਤ ਥਾਨੂ ਚਨੈ ਸਿਮਰਤ ਕਦਾਂ ਚਹਿ। ਉਹ ਅੰਤ ਆ ਗਿਆ, ਭਗਵਾਨ ਪੁਰਖੈ ਨਾਨਕ ਕੀਟੀ ਸਾਸਿਆ ਕਰਖ, ਤੇ ਉਹ ਕੀੜੀ ਬਣ ਕੇ ਵੀ ਸਾਹ ਖਿੱਚ ਲੈਂਦਾ, ਜਿੰਨੇ ਮਰਜ਼ੀ ਅੰਗ ਰੱਖੇ ਹੋਣ, ਕਿਸੇ ਕੰਮ ਨਹੀਂ ਆਉਂਦੇ। ਸਾਹਿਬ ਨੇ ਬਾਣੀ ਵਿੱਚ ਜ਼ਿਕਰ ਕਰਕੇ ਇਹ ਸਮਝਾਇਆ ਕਿ ਬਹੁਤ ਖੂਬਸੂਰਤ ਹੋਵੇ, ਧਨੀ ਹੋਵੇ, ਅਤ ਸੁੰਦਰ, ਕੁਲੀਨ, ਚਤੁਰ, ਮੁਖ ਗਿਆਨੀ, ਧਨਵੰਤ, ਮਿਰਤਕ ਕਹੀਏ ਨਾਨਕਾ, ਜਿਹੇ ਪ੍ਰੀਤ ਨਹੀਂ ਭਗਵੰਤ। ਜੇ ਰੱਬ ਦੇ ਨਾਲ ਪਿਆਰ ਨਹੀਂ ਬਣਿਆ ਨਾ, ਜੇ ਰੱਬ ਦੇ ਨਾਲ ਸਾਂਝ ਨਹੀਂ ਬਣੀ, ਜੇ ਰੱਬ ਦੇ ਨਾਲ ਇਕਮਿਕਤਾ ਨਹੀਂ ਹੋਈ, ਜੇ ਉਸ ਪ੍ਰਮਾਤਮਾ ਨੂੰ ਭੁੱਲ ਗਿਆ, ਹੋਇਆ ਕੀ ਹੈ? ਹੋਇਆ ਇਹ ਕਿ ਸੰਸਾਰ ਦੇ ਪਦਾਰਥਾਂ ਨਾਲ ਇਹਦਾ ਪਿਆਰ ਬਣ ਗਿਆ। ਇਹਨੂੰ ਦਾਤਾਂ ਚੰਗੀਆਂ ਲੱਗਣ ਲੱਗ ਗਈਆਂ ਤੇ ਦਾਤਾ ਵਿਸਰ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰਾ। ਦਾਤਾਂ ਚੰਗੀਆਂ ਲੱਗਦੀਆਂ ਹੈ, ਦਾਤਾ ਵਿਸਰ ਜਾਂਦਾ ਹੈ। ਜਦੋਂ ਦਾਤਾ ਵਿਸਰ ਜਾਂਦਾ ਹੈ ਤੇ ਹਉਮੈ ਆ ਜਾਂਦੀ ਹੈ ਨਾ। ਚੌਧਰੀ ਸਾਹਿਬ ਰਾਏ ਨਸ਼ਹਿਰੇ ਢਾਲੇ ਦੇ ਰਹਿਣ ਵਾਲਾ, ਸਰਕਾਰੀ ਸ਼ਹਿ ਦੇ ਉੱਤੇ ਹੰਕਾਰ ਆ ਗਿਆ ਕਿ ਮੇਰੇ ਨਾਲ ਸਰਕਾਰ ਖੜੀ ਹੈ, ਮੈਂ ਜੋ ਚਾਹਾਂ ਉਹ ਕਰ ਸਕਦਾ ਹਾਂ। ਤੇ ਉਸ ਵਕਤ ਉਹਨੇ ਆਪਣੀਆਂ ਘੋੜੀਆਂ ਖੁੱਲੀਆਂ ਛੱਡ ਦਿੱਤੀਆਂ। ਸਿੱਖਾਂ ਦੀਆਂ ਫਸਲਾਂ ਉਜਾੜਨ ਲੱਗ ਗਈਆਂ, ਕਿਸਾਨਾਂ ਦੀਆਂ ਫਸਲਾਂ ਉਜੜਨ ਲੱਗ ਗਈਆਂ। ਜਦੋਂ ਕਿਸਾਨਾਂ ਦੀਆਂ ਫਸਲਾਂ ਉਜੜਨ ਲੱਗੀਆਂ, ਤਬਾਹ ਕਰਨ ਲੱਗੀਆਂ ਉਹ ਘੋੜੀਆਂ, ਤੇ ਸਿਆਣੇ ਪੁਰਸ਼ਾਂ ਨੇ, ਸਤਿਪੁਰਸ਼ਾਂ ਨੇ ਜਾ ਕੇ ਚੌਧਰੀ ਸਾਹਿਬ ਨੂੰ ਕਿਹਾ, ਚੌਧਰੀ ਜੀ ਇਹ ਆਪਣੀਆਂ ਘੋੜੀਆਂ ਬੰਨ੍ਹ ਲਓ, ਸਾਡੀ ਖੇਤੀ ਦਾ ਨੁਕਸਾਨ ਕਰਦੀਆਂ ਨੇ, ਸਾਡੀ ਖੇਤੀ ਨੂੰ ਤਬਾਹ ਕਰ ਰਹੀਆਂ ਨੇ।
ਪਰ ਚੌਧਰੀ ਹੁਣ ਹਉਮੈ ਵਿੱਚ ਹੈ ਨਾ, ਹੰਕਾਰ ਵਿੱਚ ਹੈ, ਅੰਦਰ ਈਗੋ ਆ ਚੁੱਕੀ ਹੈ ਕਿ ਮੇਰੇ ਕੋਲ ਬੜੀ ਸ਼ਕਤੀ ਹੈ, ਮੇਰੇ ਕੋਲ ਸਰਕਾਰੀ ਸ਼ਹਿ ਹੈ, ਮੈਂ ਜੋ ਚਾਹਾਂ ਉਹ ਕਰ ਸਕਦਾ ਹਾਂ। ਤੇ ਯਾਦ ਰੱਖੋ, ਉਹ ਜਦੋਂ ਜਾ ਕੇ ਕਿਸਾਨਾਂ ਨੇ ਚੌਧਰੀ ਨੂੰ ਕਿਹਾ, ਕਹਿੰਦਾ ਇਹ ਘੋੜੀਆਂ ਵੱਜਣ ਵਾਸਤੇ ਰੱਸੇ ਹੈ ਨਹੀਂ ਹੈ। ਜਦੋਂ ਰੱਸੇ ਦੀ ਗੱਲ ਕੀਤੀ ਤੇ ਕਹਿੰਦੇ ਰੱਸੇ ਅਸੀਂ ਲਿਆ ਦੇ, ਕਹਿੰਦਾ ਇਹ ਸਣ ਦੇ ਵੱਟੇ ਹੋਏ ਰੱਸਿਆਂ ਨਾਲ ਘੋੜੀਆਂ ਨਹੀਂ ਵੱਜਣੀਆਂ। ਉਹਨੇ ਟੌਂਚ ਕਰਦਿਆਂ ਹੋਇਆਂ ਸਿੱਖਾਂ ਨੂੰ ਕਹਿਣ ਲੱਗਾ, ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਇਹ ਘੋੜੀਆਂ ਵੱਜਣਗੀਆਂ ਗੁਰਮੁਖੋ। ਅਜਿਹਾ ਸਰਕਾਰੀ ਸ਼ਹਿ ਦੇ ਉੱਤੇ ਹੰਕਾਰ ਵਿੱਚ ਆ ਗਿਆ। ਤੇ ਫਿਰ ਉਸ ਵਕਤ ਭੁੱਸੇ ਨਗਰ ਦੇ ਮਹਾਨ ਸੂਰਬੀਰ ਯੋਧਿਆਂ ਨੂੰ ਜਦੋਂ ਪਤਾ ਲੱਗਾ ਇਸ ਗੱਲ ਦਾ, ਭਾਈ ਸ਼ਹੀਦ ਭਾਈ ਬਘੇਲ ਸਿੰਘ ਤੇ ਬਾਬਾ ਅਮਰ ਸਿੰਘ, ਬਾਬਾ ਬਘੇਲ ਸਿੰਘ ਤੇ ਬਾਬਾ ਅਮਰ ਸਿੰਘ ਜੀ ਨੇ ਉਹ ਘੋੜੀਆਂ ਫੜ ਕੇ ਤੇ ਮਹਾਰਾਜੇ ਆਲਾ ਸਿੰਘ ਜੀ ਕੋਲ ਜਾ ਕੇ ਵੇਚ ਕੇ ਉਹਦੇ ਪੈਸੇ ਜਿਹੜੇ ਸੀ ਗੁਰੂ ਕੇ ਲੰਗਰ ਵਿੱਚ ਪਾ ਦਿੱਤੇ। ਇਹ ਦੱਸ ਦਿੱਤਾ ਕਿ ਇੱਥੇ ਤੁਹਾਡੀ ਆਪਣੀ ਹੈਂਕੜਬਾਜ਼ੀ ਨਹੀਂ ਚੱਲ ਸਕਦੀ। ਜਿਹੜੀਆਂ ਇਹ ਜ਼ਮੀਨਾਂ ਨੇ, ਇਹਨਾਂ ਜ਼ਮੀਨਾਂ ਦੇ ਵਾਰਸ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਹੈ ਤੇ ਇਹਦੇ ਵਿੱਚ ਕਿਸੇ ਵੀ ਚੌਧਰੀ ਦੀ ਕੋਈ ਚੌਧਰ ਨਹੀਂ ਚੱਲ ਸਕਦੀ, ਕਿਸੇ ਚੌਧਰੀ ਦੀ ਘੋੜੀ ਅਵਾਰਾ ਨਹੀਂ ਫਿਰ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਵਿੱਚ ਰਹਿਣ ਵਾਲੇ, ਧਰਮ ਦੇ ਉੱਤੇ ਨਿਰਭਉ ਤੇ ਨਿਡਰ ਰਹਿਣ ਵਾਲੇ, ਕਿਉਂਕਿ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਇਹ ਸ਼ਕਤੀ ਹੈ ਕਿ ਅੰਦਰੋਂ ਨਿਰਭਉ ਕਰ ਦਿੰਦੀ, ਅੰਦਰੋਂ ਮੌਤ ਦਾ ਡਰ ਦੂਰ ਚਲਿਆ ਜਾਂਦਾ ਹੈ। ਮਨੁੱਖ ਨੂੰ ਸਭ ਤੋਂ ਵੱਡਾ ਕੋਈ ਖੌਫ ਹੈ, ਸਭ ਤੋਂ ਵੱਡਾ ਕੋਈ ਡਰ ਹੈ ਤੇ ਉਹ ਮੌਤ ਦਾ ਹੈ। ਲੇਕਿਨ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਨਿਰਭਉ ਜਪੈ ਸਗਲ ਭਉ ਮਿਟੈ। ਉੱਥੇ ਸਾਰੇ ਭਉ ਡਰ ਜਿਹੜੇ ਆ ਉਹ ਖਤਮ ਹੋ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ। ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਰਹਿਮਤ ਕਰ ਦੇਣ, ਉਹਨਾਂ ਦੀ ਮਿਹਰ ਹੋ ਜਾਵੇ, ਉਹਨਾਂ ਦੀ ਮਿਹਰ ਸਦਕਾ ਉਹ ਕਈ ਵਾਰ ਕੋਲ ਸ਼ਕਤੀਆਂ ਹੋਣ, ਰਾਜ ਗੱਦੀਆਂ ਹੋਣ, ਉਹ ਰਾਜ ਗੱਦੀਆਂ ਨੂੰ ਲੈ ਕੇ ਵੀ ਉਹਨਾਂ ਦੇ ਅੰਦਰ ਨਿਮਰਤਾ ਹੁੰਦੀ ਹੈ, ਉਹਨਾਂ ਦੇ ਅੰਦਰ ਲੋਕਾਈ ਦੇ ਨਾਲ ਵੀ ਪਿਆਰ ਹੁੰਦਾ ਹੈ। ਕਦੀ ਉਹਨਾਂ ਅੰਦਰ ਇਹ ਹੰਕਾਰ ਨਹੀਂ ਆਉਂਦਾ ਕਿ ਮੈਂ ਕੋਈ ਸ਼ਕਤੀਸ਼ਾਲੀ ਹਾਂ। ਇੱਕ ਇਤਿਹਾਸ ਵਿੱਚ ਗਾਥਾ ਹੈ, ਇੱਕ ਦਿਨ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਰਾਜ ਕਾਲ ਵਿੱਚ ਚੱਕਰ ਲਾਉਣ ਵਾਸਤੇ ਜਾ ਰਹੇ ਸਨ। ਤੇ ਜਦੋਂ ਚੱਕਰ ਲਾਉਣ ਵਾਸਤੇ ਜਾ ਰਹੇ, ਰਸਤੇ ਵਿੱਚ ਬੱਚੇ ਇੱਟੇ ਲੈ ਕੇ ਬੇਰੀ ਨੂੰ ਮਾਰ ਰਹੇ ਨੇ। ਉਹਨਾਂ ਪੱਥਰਾਂ ਵਿੱਚੋਂ ਇੱਕ ਪੱਥਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੱਜ ਗਿਆ। ਅਹਿਲਕਾਰਾਂ ਨੇ ਬੱਚਿਆਂ ਨੂੰ ਫੜ ਕੇ ਮਹਾਰਾਜਾ ਜੀ ਕੋਲ ਲੈ ਆਂਦਾ ਕਿ ਇਹਨਾਂ ਨੂੰ ਕੋਈ ਦੰਡ ਦਿਓ ਤਾਂ ਕਿ ਇਹ ਅੱਗੇ ਤੋਂ ਅਜਿਹੀ ਕੁਤਾਹੀ ਨਾ ਕਰਨ। ਮਹਾਰਾਜਾ ਰਣਜੀਤ ਸਿੰਘ ਜੀ ਜਿਹੜੇ ਰੱਬ ਦੀ ਭੈ ਭਾਵਨੀ ਵਿੱਚ ਰਹਿਣ ਵਾਲੇ ਦਿਆਲੂ ਰਾਜੇ ਮੰਨੇ ਗਏ ਨੇ, ਮਹਾਰਾਜਾ ਰਣਜੀਤ ਸਿੰਘ ਜੀ ਨੇ ਪੁੱਛਿਆ, ਬੱਚਿਓ ਜਦੋਂ ਤੁਸੀਂ ਇਹ ਪੱਥਰ ਮੈਨੂੰ ਕਿਉਂ ਮਾਰਿਆ? ਬੱਚੇ ਕਹਿਣ ਲੱਗੇ, ਜੀ ਅਸੀਂ ਇਹ ਪੱਥਰ ਤੁਹਾਨੂੰ ਨਹੀਂ ਮਾਰਿਆ, ਇਹ ਬੇਰੀ ਨੂੰ ਮਾਰਿਆ ਹੈ। ਕਹਿਣ ਲੱਗੇ, ਜੀ ਬੇਰੀ ਨੂੰ ਕਿਉਂ ਮਾਰਿਆ? ਕਹਿੰਦੇ ਬੇਰੀ ਤੋਂ ਅਸੀਂ ਬੇਰ ਖਾ ਰਹੇ ਸੀ ਲਾ ਲਾ ਕੇ ਉਤਾਰ ਕੇ, ਇਸ ਕਰਕੇ ਇਹ ਪੱਥਰ ਮਾਰਿਆ। ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦਾ, ਬੇਰੀ ਕਿੰਨੀ ਦਿਆਲੂ ਹੈ, ਤੁਸੀਂ ਪੱਥਰ ਮਾਰਦੇ ਹੋ, ਉਹ ਤੁਹਾਨੂੰ ਬੇਰ ਦਿੰਦੀ ਪਈ ਹੈ। ਇਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਕੀਮਤੀ ਪਦਾਰਥ ਦੇ ਕੇ ਉਹਨਾਂ ਬੱਚਿਆਂ ਨੂੰ ਹੋਰ ਹੌਸਲਾ ਵਧਾ ਦਿੱਤਾ। ਕਹਿਣ ਲੱਗੇ, ਇਹ ਜੇ ਬੇਰੀ ਤੁਹਾਨੂੰ ਪੱਥਰ ਮਾਰਿਆ ਬੇਰ ਦਿੰਦੀ ਤੇ ਮੈਂ ਰਾਜਾ, ਮੇਰਾ ਵੀ ਤਾਂ ਕੋਈ ਫਰਜ਼ ਹੈ ਨਾ। ਰਾਜਿਆਂ ਦਾ ਵੀ ਪ੍ਰਜਾ ਵਾਸਤੇ ਫਰਜ਼ ਬਣ ਜਾਇਆ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਗਾਥਾ ਦੱਸਦੀ ਹੈ ਕਿ ਜਿਨ੍ਹਾਂ ਨੇ ਅੰਦਰੋਂ ਹਉਮੈ ਨੂੰ ਸਾੜ ਲਿਆ ਹੋਵੇ, ਤੇ ਇਹ ਵੀ ਇਤਿਹਾਸ ਵਿੱਚ ਗਾਥਾ ਪੜ੍ਹਦੇ ਹੋ। ਮਹਾਰਾਜਾ ਜੀ ਆਪ ਜੀ ਨੇ ਬੜੀ ਵਾਰ ਸੁਣਿਆ ਹੋਏਗਾ ਕਿ ਗਰੀਬ ਲੋੜਵੰਦ ਦੇ ਘਰੇ ਪੰਡ ਆਪ ਸਿਰ ਤੇ ਚੁੱਕ ਕੇ ਛੱਡ ਕੇ ਆਏ ਕਿ ਇਹਦੀ ਲੋੜ ਪੂਰੀ ਹੋ ਸਕੇ। ਇਹ ਹੈ ਇਤਿਹਾਸ ਦੀਆਂ ਗਾਥਾਵਾਂ, ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਸਾੜ ਲਈ, ਜਿਨ੍ਹਾਂ ਨੇ ਹਉਮੈ ਦਾ ਨਾਸ਼ ਕਰ ਲਿਆ, ਜਿਨ੍ਹਾਂ ਨੇ ਆਪਣਾ ਆਤਮਾ ਪਰਮ ਆਤਮਾ ਵਿੱਚ ਲੀਨ ਕੀਤੀ, ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਕਿਰਪਾਵਾਨ ਹੋਏ, ਦਇਆਵਾਨ ਹੋਏ, ਦ੍ਰਿਸ਼ਟੀ ਕੀਤੀ ਹੈ, ਸਤਿਗੁਰੂ ਜੀ ਦੀ ਰਹਿਮਤ ਹੁੰਦੀ ਹੈ, ਉਹਨਾਂ ਦੇ ਜੀਵਨ ਜਿਹੜਾ ਹੈ ਅੰਦਰੋਂ ਸ਼ਰਸ਼ਾਰ ਹੋ ਜਾਂਦਾ ਹੈ। ਇਤਿਹਾਸ ਦੀ ਇੱਕ ਗਾਥਾ
ਆਪ ਜੀ ਨਾਲ ਹੋਰ ਸਾਂਝੀ ਕਰ ਲਵਾਂ, ਕਿਉਂਕਿ ਮਨ ਵਿੱਚ ਆਉਂਦਾ ਹੈ ਕਿ ਉਹ ਮਹਾਨ ਤਪਸਵੀ ਰੂਹ, ਉਹ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦਾ ਮਿਲਾਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਹੁੰਦਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਮਿਲਾਪ ਕਰਕੇ ਜਦੋਂ ਮਿਲਾਪ ਹੋਇਆ, ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ਾਂ ਨਾਲ ਨਿਵਾਜ ਦਿੱਤਾ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਕਰ ਦਿੱਤਾ, ਕਿਹਾ ਕਿ ਤੈਨੂੰ ਗੁਰੂ ਸਿਆਣ ਦੀ ਦਾਤ ਦਿੱਤੀ, ਤੈਥੋਂ ਕਦੀ ਓਹਲੇ ਨਹੀਂ ਹੋਵਾਂਗਾ। ਐਸੇ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹੇ ਸਨ। ਇਹ ਗੱਲ ਸਾਹਮਣੇ ਆਉਂਦੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਗੁਰੂ ਪਦਵੀ ਧੰਨ ਗੁਰੂ ਅੰਗਦ ਸਾਹਿਬ ਜੀ ਕੋਲ ਆਈ, ਤੇ ਸਿੱਖਾਂ ਵਿੱਚੋਂ ਸਭ ਤੋਂ ਸਿਰਮੌਰ ਸਿੱਖ ਜਿਹੜੇ ਸੀ, ਇੱਕ ਭਾਈ ਲਹਿਣਾ ਜੀ ਸਨ ਤੇ ਦੂਸਰੇ ਬਾਬਾ ਬੁੱਢਾ ਜੀ ਸਨ। ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਹਿਲਾਂ ਸਿੱਖਾਂ ਵਿੱਚੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾਉਂਦੇ, ਮੱਥਾ ਟੇਕਦੇ, ਨਮਸਕਾਰ ਕਰਦੇ ਨੇ। ਸਿੱਖਾਂ ਵਿੱਚੋਂ ਪਹਿਲਾਂ ਮੱਥਾ ਟੇਕਣ ਵਾਲਾ ਕੋਈ ਸਿੱਖ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ, ਤੇ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਗੱਦੀ ਮਿਲੀ, ਤੇ ਸਭ ਤੋਂ ਪਹਿਲਾਂ ਮੱਥਾ ਟੇਕਣ ਵਾਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹਨ। ਇਸੇ ਤਰ੍ਹਾਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਵੀ ਪਹਿਲਾਂ ਮੱਥਾ ਟੇਕਣ ਵਾਲੇ ਬਾਬਾ ਬੁੱਢਾ ਸਾਹਿਬ ਜੀ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਲੇ ਬਾਬਾ ਬੁੱਢਾ ਸਾਹਿਬ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਲੇ ਤਾਂ ਹੈ ਹੀ, ਲੇਕਿਨ ਇੱਕ ਗੱਲ ਆਪਾਂ ਹੋਰ ਸਾਹਮਣੇ ਇਤਿਹਾਸ ਵਿੱਚ ਜੋ ਮਿਲਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਦੇ ਉਸਤਾਦ ਵੀ ਸਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਤਾਂ ਵੀ ਉਹਨਾਂ ਨੇ ਉੱਥੇ ਕੋਈ ਉਸਤਾਦ ਦੀ, ਗੁਰੂ ਚੇਲੇ ਦੀ ਗੱਲ ਨਹੀਂ, ਉੱਥੇ ਗੁਰੂ ਜੋਤ ਪਹਿਚਾਣਦੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਗੁਰਗੱਦੀ ਮਿਲੀ, ਤੇ ਸਭ ਤੋਂ ਪਹਿਲਾਂ ਮੱਥਾ ਬਾਬਾ ਬੁੱਢਾ ਸਾਹਿਬ ਜੀ ਨੇ ਟੇਕੇ। ਜਦੋਂ ਬਿਰਧ ਹੋ ਗਏ ਨਾ, ਸਰੀਰ ਚੱਲਣ ਵਿੱਚ ਅਸਮਰੱਥ ਹੋ ਗਿਆ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ, ਬਾਬਾ ਜੀ ਹੁਣ ਭਾਵੇਂ ਨਾ ਜ਼ਿਆਦਾ ਤੜਕੇ ਆਇਆ ਕਰੋ, ਨਾ ਥੋੜਾ ਬਹੁਤਾ ਅੱਗਾ ਪਿੱਛਾ ਹੋ ਜਾਵੇ ਤੇ ਕੋਈ ਗੱਲ ਨਹੀਂ, ਸਰੀਰ ਕਮਜ਼ੋਰ ਹੋ ਗਿਆ ਲੱਗਦਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦੇ ਚਰਨਾਂ 'ਚ ਹੱਥ ਜੋੜ ਕੇ ਨੇਤਰ ਭਰ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਮੈਂ ਤੁਹਾਡੇ ਦਰਸ਼ਨ ਕਰਦਾ ਹਾਂ ਤੇ ਜਿੰਦਾ ਹਾਂ, ਤੁਹਾਡੇ ਦਰਸ਼ਨ ਨਾ ਹੋਣ ਮੇਰੀ ਮੌਤ ਹੈ। ਕਿੱਡੀ ਵੱਡੀ ਗੱਲ ਕਹਿਣ ਲੱਗੇ ਸੱਚੇ ਪਾਤਸ਼ਾਹ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੱਚੇ ਪਾਤਸ਼ਾਹ, ਮੇਰਾ ਤੇ ਕਰਮ ਜਿਹੜਾ ਹੈ ਉਹ ਭਲਾ ਹੁੰਦਾ ਹੈ ਤੁਹਾਡੇ ਦਰਸ਼ਨ ਕਰਕੇ। ਇੱਕ ਬੇਨਤੀ ਕਰਨੀ ਚਾਹੁੰਦਾ ਆਪ ਜੀ ਦੇ ਚਰਨਾਂ 'ਚ। ਕਹਿਣ ਲੱਗੇ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰਿਆ ਜੇ, ਇਹ ਨੇਤਰ ਬੰਦ ਹੋਣ, ਇਹ ਅੱਖੀਆਂ ਬੰਦ ਹੋਣ, ਕਿ ਇਸ ਤੋਂ ਪਹਿਲਾਂ ਆਪ ਜੀ ਦੇ ਵੀ ਦਰਸ਼ਨ ਹੋਣ। ਇਹ ਮੇਰੀ ਆਖਰੀ ਇੱਛਾ ਹੈ ਕਿ ਜਦੋਂ ਮੈਂ ਆਖਰੀ ਪ੍ਰਾਣ ਤਿਆਗਾਂ, ਸਵਾਸ ਤਿਆਗਾਂ, ਉਸ ਤੋਂ ਪਹਿਲਾਂ ਵੀ ਮੈਨੂੰ ਤੁਹਾਡੇ ਦਰਸ਼ਨ ਹੋਣ। ਸਿੱਖ ਦਾ ਰਿਸ਼ਤਾ ਜੇ ਕਿਸੇ ਨੇ ਸਮਝਣਾ ਹੋਵੇ ਗੁਰੂ ਨਾਲ, ਤੇ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤੋਂ ਸਮਝਿਆ ਜਾਂਦਾ ਹੈ। ਇੰਨਾ ਅੰਦਰ ਕਿਤੇ ਹਉਮੈ ਨਹੀਂ ਹੈ, ਹੰਕਾਰ ਨਹੀਂ ਹੈ, ਗੁਰੂ ਨੂੰ ਸਮਰਪਿਤ ਭਾਵ ਹੈ, ਗੁਰੂ ਕੀ ਬਾਣੀ ਦਾ ਰੂਪ। ਇੱਥੇ ਗੱਲ ਇੱਕ ਕਹਿਣੀ ਚਾਹੁੰਦਾ ਹੈ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ, ਉਹ ਜਮਾਨੀ ਕੰਠ ਕਰ ਲਈ। ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਬਾਣੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ, ਕੰਠ ਕਰ ਲਈ। ਜਿਹੜੀ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ, ਸਾਰੀ ਬਾਣੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੰਠ ਕਰ ਲੈਂਦੇ ਸਨ। ਜਾਪ ਜਪਦੇ ਸਨ, ਬਾਣੀ ਪੜ੍ਹਦੇ ਸਨ, ਤੇ ਤਾਂ ਹੀ ਤਾਂ ਪਹਿਲੇ ਗ੍ਰੰਥੀ ਹੋਣ ਦਾ ਸੁਭਾਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਸੋ ਇਹ ਉਹ ਰੂਹਾਂ ਨੇ ਜਿਨ੍ਹਾਂ ਨੇ ਆਪਣਾ ਆਪਾ ਸਮਰਪਿਤ ਕੀਤਾ। ਤੇ ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਸਵਾਸ ਤਿਆਗੇ ਨਾ, ਸੰਗਤ ਜੀ, ਸਵਾਸ ਤਿਆਗਣ ਦਾ ਅੰਤਮ ਸਮਾਂ ਜਾਣਿਆ, ਨੇੜੇ ਆ ਗਿਆ, ਤੇ ਅਰਦਾਸ ਕਰਦੇ, ਸੱਚੇ ਪਾਤਸ਼ਾਹ, ਗੁਰੂ ਨਾਨਕ ਦੀ ਛੇਵੀਂ ਜੋਤ ਕਿਰਪਾ ਕਰੋ, ਤਰੁੱਟ ਪਵੋ, ਇਹ ਨੇਤਰ ਬੰਦ ਹੋਣ, ਇਸ ਤੋਂ ਪਹਿਲਾਂ ਤੁਹਾਡੇ ਦਰਸ਼ਨ ਹੋ ਜਾਣ। ਉਸ ਵਕਤ ਇਤਿਹਾਸ ਦੱਸਦਾ ਹੈ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਤੇ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਹਰਗੋਬਿੰਦਪੁਰ ਨੇ।
ਉਸੇ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਪਹੁੰਚ ਜਾਂਦੇ ਨੇ। ਜਿਹੜਾ ਬਚਨ ਕੀਤਾ ਹੈ ਗੁਰੂ ਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਸਿੱਖ ਨੇ ਲਿਆ ਹੈ, ਉਹ ਪੂਰਾ ਹੋ ਜਾਂਦਾ ਹੈ। ਜਿਨ੍ਹਾਂ ਨੇ ਅੰਦਰੋਂ ਹਉਮੈ ਨੂੰ ਸਾੜ ਲਿਆ ਹੈ, ਹਉਮੈ ਨੂੰ ਖਤਮ ਕਰ ਲਿਆ ਹੈ, ਇਹ ਉਹਨਾਂ ਦੀਆਂ ਗਥਾਵਾਂ ਨੇ ਜਿਨ੍ਹਾਂ ਨੇ ਰੱਬ ਦੇ ਚਰਨਾਂ 'ਚ ਅਰਦਾਸ। ਅੱਜ ਟੈਲੀਪੈਥੀ ਰਾਹੀਂ, ਸਾਇੰਸ ਕਹਿੰਦੀ ਟੈਲੀਪੈਥੀ ਰਾਹੀਂ ਪਤਾ ਲੱਗ ਜਾਂਦਾ ਹੈ ਕਿਸ ਦੇ ਦਿਲ ਵਿੱਚ ਕੀ ਚੱਲਦਾ ਪਿਆ ਹੈ। ਇੱਕ ਦੂਜੇ ਨੂੰ ਮੈਸੇਜ ਟੈਲੀਪੈਥੀ ਰਾਹੀਂ ਪਤਾ ਚੱਲ ਜਾਂਦਾ ਹੈ। ਲੇਕਿਨ ਉਹ ਵਕਤ ਦੇਖੋ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੀ ਧਰਤੀ ਤੇ, ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਹਰਗੋਬਿੰਦਪੁਰ ਦੀ ਧਰਤੀ ਤੇ ਹੈ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਪੂਰੇ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਇਆ, ਜਿਨ੍ਹਾਂ ਨੇ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਸਾਰੇ ਜਿਨ੍ਹਾਂ ਸਾਰੀ ਬਾਣੀ ਚੋਂ ਅੰਮ੍ਰਿਤ ਦੇ ਜਿਹੜੇ ਸੀਗਾ ਇਹ ਘੁੱਟ ਭਰੇ ਨੇ ਕੰਨਾਂ ਦੇ ਕਟੋਰਿਆਂ ਨਾਲ ਤੇ ਅੱਖਾਂ ਦੇ ਨੇਤਰਾਂ ਨਾਲ, ਜਿਨ੍ਹਾਂ ਨੇ ਬਾਣੀ ਦੇ ਅੰਮ੍ਰਿਤ ਘੁੱਟ ਪੜੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ, ਹਾਜ਼ਰ ਨਾਜ਼ਰ ਉਹਨਾਂ ਦੇ ਸਾਹਮਣੇ ਹੋ ਜਾਂਦਾ ਹੈ। ਆਓ ਪਿਆਰ ਵਿੱਚ ਭਿੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਇਹ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਿਮਾਣਿਆਂ ਦੇ ਮਾਣ ਨੇ, ਤਾਣਿਆਂ ਦੇ ਤਾਣ, ਨਿਓਟਿਆਂ ਦਿਓਟ ਦਾ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸੂਹੀ ਰਾਗ ਵਿੱਚ ਅੰਮ੍ਰਿਤ ਬਚਨ ਹੈ। ਕਾਇਆ ਕਾਮਣ ਅਤ ਸੁਆਲਿਓ, ਪਿਰ ਵਸੈ ਜਿਸ ਨਾਲੇ। ਕਾਇਆ ਦਾ ਅਰਥ ਹੁੰਦਾ ਹੈ ਸਰੀਰ ਤੇ ਕਾਮਣ ਦਾ ਅਰਥ ਹੈ ਇਸਤਰੀ। ਅਤ ਦਾ ਅਰਥ ਹੈ ਬਹੁਤ ਜ਼ਿਆਦਾ। ਸਵਾਲਿਓ ਦਾ ਅਰਥ ਹੈ ਸੁੰਦਰ। ਕਹਿੰਦੇ ਉਹ ਸਰੀਰ ਰੂਪੀ ਇਸਤਰੀ ਬਹੁਤ ਖੂਬਸੂਰਤ ਹੈ। ਸੰਸਾਰ ਦੇ ਲੋਕ ਬਾਹਰ ਦੀ ਖੂਬਸੂਰਤੀ ਨੂੰ ਦੇਖਦੇ ਨੇ, ਲੇਕਿਨ ਮੇਰਾ ਗੁਰੂ ਅੰਦਰ ਦੀ ਖੂਬਸੂਰਤੀ ਨੂੰ ਦੇਖਦਾ ਹੈ, ਆਤਮਾ ਦੀ ਖੂਬਸੂਰਤੀ ਨੂੰ ਦੇਖਦਾ ਹੈ, ਬਾਹਰ ਦੇ ਸਰੀਰ ਦੀ ਨਹੀਂ। ਕਹਿੰਦੇ ਸਰੀਰ ਰੂਪੀ ਉਹੀ ਇਸਤਰੀ, ਜੀਵ ਰੂਪੀ ਇਸਤਰੀ ਅਤ ਸੁੰਦਰ ਹੈ, ਮਹਾਨ ਹੈ। ਕਿਹੜੀ? ਪਿਰ ਵਸੈ ਜਿਸ ਨਾਲੇ, ਜਿਸ ਦੇ ਹਿਰਦੇ ਵਿੱਚ ਪਤੀ ਰੂਪ ਪਰਮਾਤਮਾ ਵਸ ਜਾਂਦਾ ਹੈ, ਜਿਸ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ, ਜਿਹਦੀ ਆਤਮਾ ਦੇ ਅੰਦਰ ਪਰਮਾਤਮਾ ਵਸ ਜਾਂਦਾ ਹੈ, ਉਹ ਅਤ ਸੋਹਣਾ ਖੂਬਸੂਰਤ ਮਹਾਨ ਬਣ ਜਾਂਦਾ ਹੈ। ਫਿਰ ਸੱਚੇ ਤੇ ਸਦਾ ਸੁਹਾਗਣਾ, ਗੁਰ ਕਾ ਸ਼ਬਦ ਸੰਭਾਲੇ। ਬੜੀ ਕਮਾਲ ਗੱਲ ਸਤਿਗੁਰੂ ਜੀ ਕਹਿੰਦੇ ਐ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸੰਭਾਲ ਲਿਆ, ਉਹ ਜੀਵ ਰੂਪੀ ਇਸਤਰੀਆਂ, ਫਿਰ ਸੱਚੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਜਿਨ੍ਹਾਂ ਨੇ ਵਸਾ ਲਿਆ, ਉਹ ਸਦਾ ਸੁਹਾਗਣਾ ਹਨ। ਸਦਾ ਸੁਹਾਗਣ ਹੋਣਾ ਇਹ ਹੈ ਕਿ ਹਮੇਸ਼ਾ ਪਤੀ ਦਾ ਸਾਥ ਬਣਿਆ ਰਹਿਣਾ, ਪਤਨੀ ਨੂੰ ਉਹਨੂੰ ਸੁਹਾਗਣ ਮੰਨਿਆ ਜਾਂਦਾ ਹੈ। ਤੇ ਜਿਹੜਾ ਸਾਡੀ ਜੀਵ ਰੂਪੀ ਆਤਮਾ ਹੈ ਨਾ, ਇਹਦਾ ਪਰਮ ਰੂਪੀ ਪਰਮਾਤਮਾ ਜਿਹੜਾ ਹੈ ਉਹ ਪਤੀ ਹੈ। ਜੀਵ ਰੂਪੀ ਆਤਮਾ ਦਾ ਪਤੀ ਪਰਮਾਤਮਾ ਹੈ ਤੇ ਪਤੀ ਪਰਮਾਤਮਾ ਦਾ ਸਦਾ ਸਾਥ ਕਿਹਨਾਂ ਦਾ ਬਣਿਆ ਰਹਿੰਦਾ ਹੈ। ਸਤਿਗੁਰੂ ਜੀ ਨੇ ਕਿਹਾ ਕਿ ਗੁਰ ਕਾ ਸ਼ਬਦ ਸੰਭਾਲੇ। ਜਿਨ੍ਹਾਂ ਨੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਸੰਭਾਲਿਆ ਹੈ, ਜਿਨ੍ਹਾਂ ਨੇ ਆਤਮਾ ਦੇ ਅੰਦਰ ਗੁਰੂ ਦੇ ਸ਼ਬਦ ਦੀ ਸੰਭਾਲ ਕੀਤੀ ਹੈ, ਆਤਮਾ ਦੇ ਅੰਦਰ ਪਰਮਾਤਮਾ ਦੇ ਸ਼ਬਦ ਦਰਗਾਹੀ ਬੋਲ ਬਾਣੀ ਰੱਬ ਜੀ ਦੀ ਹਿਰਦੇ ਵਿੱਚ ਵਸਾਈ ਹੈ, ਉਹ ਸਦਾ ਸੁਹਾਗਣਾ ਹਨ। ਹਰ ਕੀ ਭਗਤ ਸਦਾ ਰੰਗ ਰਾਤਾ, ਹਉਮੈ ਵਿੱਚੋਂ ਜਾਲੀ। ਪਰਮਾਤਮਾ ਦੀ ਭਗਤੀ ਦਾ ਰੰਗ ਜਿਨ੍ਹਾਂ ਨੂੰ ਚੜ੍ਹ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਰੰਗ ਨਾਲ ਆਤਮਾ ਰੰਗੀ ਜਾਂਦੀ ਹੈ, ਉਹ ਜੀਵ ਰੂਪੀ ਇਸਤਰੀਆਂ, ਉਹਨਾਂ ਮਨੁੱਖਾਂ ਨੇ ਆਪਣੇ ਹਿਰਦੇ ਦੇ ਅੰਦਰੋਂ ਹਉਮੈ ਨੂੰ ਸਾੜ ਕੇ ਸਵਾਹ ਕਰ ਲਿਆ, ਨਾਸ਼ ਕਰ ਲਿਆ, ਖਤਮ ਕਰ ਲਿਆ। ਕਿਉਂਕਿ ਇਹ ਇੱਕ ਫੈਸਲਾ ਹੈ। ਕਹਿੰਦੇ ਨੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਇੱਕ ਪਾਸੇ ਹਉਮੈ ਹੈ, ਇੱਕ ਪਾਸੇ ਰੱਬ ਦਾ ਨਾਮ ਹੈ। ਜਿਸ ਆਤਮਾ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ,
ਉੱਥੋਂ ਆਤਮਾ ਦੇ ਅੰਦਰੋਂ ਜਿਹੜੀ ਹਉਮੈ ਹੈ ਉਹ ਬਿਲਕੁਲ ਖੰਭ ਲਾ ਕੇ ਉੱਡ ਜਾਂਦੀ ਹੈ। ਹੰਕਾਰ ਉੱਥੇ ਹੀ ਹਰ ਜੂ ਹੰਕਾਰ ਨਾ ਪਾਵਈ। ਜਿਹੜੀ ਪਰਮਾਤਮਾ ਰੱਬ ਦੀ ਨਿਆਰੀ ਸ਼ਕਤੀ ਹੈ ਨਾ, ਉਸ ਸ਼ਕਤੀ ਨੂੰ ਪਰਮਾਤਮਾ ਨੂੰ ਹੰਕਾਰ ਨਹੀਂ ਜੇ ਪਾਉਂਦਾ, ਉਸ ਦਾਤੇ ਨੂੰ ਹੰਕਾਰ ਨਹੀਂ ਪਾਉਂਦਾ, ਚੰਗਾ ਨਹੀਂ ਲੱਗਦਾ। ਤੇ ਪ੍ਰਮਾਤਮਾ ਉਸ ਹਿਰਦੇ ਵਿੱਚੋਂ ਉਸ ਹਉਮੈ ਨੂੰ, ਹੰਕਾਰ ਨੂੰ ਸਾੜ ਕੇ ਸਵਾਹ ਕਰ ਦਿੰਦਾ। ਕਿਹੜਾ ਪ੍ਰਮਾਤਮਾ, ਕਿਹੜੀ ਪਰਮ ਜੋਤ ਹੈ ਜਿਹੜੀ ਹਿਰਦੇ ਵਿੱਚੋਂ ਪ੍ਰਮਾਤਮਾ ਆਤਮਾ ਦੇ ਅੰਦਰੋਂ ਹਉਮੈ ਨੂੰ ਸਾੜ ਦਿੰਦੀ ਹੈ? ਗੁਰਬਾਣੀ ਦੱਸਦੀ ਹੈ, ਆਪਾਂ ਪੜ੍ਹਦੇ ਹਾਂ, ਉਹ ਇੱਕੋ ਇੱਕ ਪ੍ਰਮਾਤਮਾ ਹੈ ਜਿਹਦੇ ਵਰਗਾ ਕੋਈ ਹੋਰ ਨਹੀਂ, ਤੇ ਜੋ ਇੱਕ ਰਸ ਸਭ ਜਗ੍ਹਾ ਵਿਆਪਕ ਹੈ। ਆਪਾਂ ਪੜ੍ਹਦੇ ਨਾ, ਇੱਕ ਓੰਕਾਰ, ਤੇ ਜਿਸ ਦਾ ਨਾਮ ਸਦੀਵ ਕਾਲ ਹੋਂਦ ਵਾਲਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਕ੍ਰੀਏਟਰ ਪਰਮਾਤਮਾ ਹੈ। ਉਹ ਪਰਮਾਤਮਾ ਜਿਹੜਾ ਨਿਰਭਉ ਤੇ ਨਿਰਵੈਰ ਹੈ, ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਇਹ ਸਾਡੇ ਭਰਮ ਹੋ ਸਕਦੇ, ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ। ਸੋ ਉਹ ਪਰਮਾਤਮਾ ਜਿਹਦੇ ਤੇ ਸਮੇਂ ਦਾ, ਜਿਸ ਦੀ ਸ਼ਕਤੀ ਤੇ ਸਮੇਂ ਦਾ ਕੋਈ ਅਸਰ ਨਹੀਂ, ਉਹ ਪਰਮਾਤਮਾ ਜਿਹੜਾ ਜੰਮਦਾ ਤੇ ਮਰਦਾ ਨਹੀਂ ਹੈ। ਉਹ ਪਰਮਾਤਮਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਹੋਂਦ ਆਪਣੇ ਆਪ ਤੋਂ ਹੈ, ਜਿਹਦਾ ਕੋਈ ਮਾਤਾ ਪਿਤਾ ਨਹੀਂ ਹੈ। ਉਹ ਪਰਮਾਤਮਾ ਕਿਵੇਂ ਮਿਲਦਾ? ਗੁਰੂ ਦੀ ਕਿਰਪਾ ਦੁਆਰਾ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਯਾਦ ਰੱਖੋ, ਸਾਇੰਸ ਨੇ ਮੰਨਿਆ, ਅੱਜ ਅਸੀਂ ਜਾਣਦੇ ਕਿ 3 ਕਾਲਾਂ ਨੂੰ ਅਸੀਂ ਸਾਰੇ ਜਾਣਦੇ। 3 ਕਾਲ। ਇੱਕ ਕਾਲ ਹੈ ਜਿਹਨੂੰ ਅਸੀਂ ਭੂਤ ਕਾਲ ਕਹਿੰਦੇ ਹਾਂ, ਇੱਕ ਅਸੀਂ ਭੂਤ ਕਾਲ ਕਹਿੰਦੇ, ਤੇ ਦੂਸਰਾ ਅਸੀਂ ਕਹਿੰਦੇ ਹਾਂ ਭਵਿੱਖ ਕਾਲ, ਤੇ ਇੱਕ ਵਰਤਮਾਨ। 3 ਕਾਲਾਂ ਦੀ ਗੱਲ ਚੱਲਦੀ ਹੈ। ਲੇਕਿਨ ਜਦੋਂ ਗੁਰਬਾਣੀ ਨੂੰ ਪੜ੍ਹੀਏ ਨਾ, ਸੱਚ ਕਰਕੇ ਜਾਣਿਓ, ਇਸ ਤੋਂ ਕਿਤੇ ਅੱਗੇ ਦੀ ਗੱਲ ਕਰਦੀ ਹੈ। ਗੁਰਬਾਣੀ 4 ਕਾਲਾਂ ਦੀ ਗੱਲ ਕਰਦੀ ਪਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 4 ਕਾਲਾਂ ਦੀ ਗੱਲ ਕੀਤੀ ਹੈ। ਮੈਂ ਗੁਰਬਾਣੀ ਨੂੰ ਪੜ੍ਹ ਰਿਹਾ ਸੀ, ਪੜ੍ਹਦਿਆਂ ਇੱਕ ਦਿਨ ਮਨ ਦੇ ਅੰਦਰ ਸਵਾਲ ਆਇਆ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਦ ਸੱਚ, ਆਦ ਸੱਚ ਦਾ ਮਤਲਬ ਅਸੀਂ ਜੁਗਾਦ ਸੱਚ ਦਾ ਮਤਲਬ ਤੇ ਸਮਝਦੇ ਸੀ ਕਿ ਜੁਗਾਂ ਜਗੰਤਰਾਂ ਤੋਂ, ਜਦੋਂ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ, ਉਦੋਂ ਤੋਂ ਉਹ ਪਰਮਾਤਮਾ ਦੀ ਸ਼ਕਤੀ ਸੀ, ਉਹ ਪਰਮ ਪੁਰਖ ਪਰਮਾਤਮਾ ਅਕਾਲ ਪੁਰਖ ਸੀ। ਤੇ ਜਦੋਂ ਉਹ ਸ੍ਰਿਸ਼ਟੀ ਨਹੀਂ ਸੀ ਬਣੀ, ਇਹਨੂੰ ਅਸੀਂ ਭੂਤ ਕਾਲ ਕਹਿੰਦੇ ਹਾਂ। ਜੁਗਾਦ ਸੱਚ ਕੀ ਹੈ? ਭੂਤ ਕਾਲ ਹੈ। ਲੇਕਿਨ ਆਦ ਸੱਚ ਕੀ ਹੈ? ਇਹਨੂੰ ਆਦ ਕਾਲ ਕਿਹਾ ਜਾਂਦਾ ਹੈ। ਆਦ ਕਾਲ, ਜਦੋਂ ਕੁਛ ਵੀ ਨਹੀਂ ਸੀ, ਅਰਬਦ ਨਰਬਦ ਧੰਦੂਕਾਰਾ ਸੀ ਨਾ, ਜਦੋਂ ਕੁਛ ਨਹੀਂ ਸੀ ਸੰਸਾਰ ਤੇ, ਪ੍ਰਮਾਤਮਾ ਦੀ ਸ਼ਕਤੀ ਉਦੋਂ ਵੀ ਵਰਤ ਰਹੀ ਸੀਗੀ। ਉਹ ਪ੍ਰਮਾਤਮਾ ਉਸ ਵਕਤ ਵੀ ਮੌਜੂਦ ਸੀ। ਆਦ ਸੱਚ, ਜੁਗਾਂ ਜੁਗੰਤਰਾਂ ਤੋਂ ਪ੍ਰਮਾਤਮਾ ਦੀ ਹੋਂਦ ਹਸਤੀ ਹੈ। ਉਹ ਪ੍ਰਮਾਤਮਾ ਜਿਹੜਾ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ ਤੇ ਹੁਣ ਵੀ ਹੈ, ਜਿਹਦੀ ਸ਼ਕਤੀ ਹਰ ਵਕਤ ਮੌਜੂਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਉਸ ਨੂੰ ਜਿਹੜੀ ਹੈ ਹਉਮੈ ਨਹੀਂ ਚੰਗੀ ਲੱਗਦੀ, ਹੰਕਾਰ ਨਹੀਂ ਚੰਗੀ ਲੱਗਦਾ, ਆਕੜ ਨਹੀਂ ਚੰਗੀ ਲੱਗਦੀ। ਨਿਵੇਸੋ ਗੌਰਾ ਹੋਏ ਦੀ ਗੱਲ ਤਾਂ ਹੈ। ਜੇ ਕੋਈ ਝੁਕ ਜਾਂਦਾ ਹੈ ਨਾ, ਝੁਕਣਾ ਬੁਰੀ ਗੱਲ ਨਹੀਂ ਹੁੰਦੀ, ਇਹ ਵੱਡੇ ਹਿਰਦੇ ਤੇ ਵੱਡੇ ਜਿਗਰੇ ਦੀ ਗੱਲ ਹੁੰਦੀ ਹੈ। ਸੋ ਜਿਨ੍ਹਾਂ ਦੇ ਅੰਦਰ ਹਉਮੈ ਹੋਵੇ ਉਹ ਝੁਕਦੇ ਨਹੀਂ, ਜਿਹੜੇ ਅੰਦਰੋਂ ਹਉਮੈ ਨੂੰ ਸਾੜ ਲੈਂਦੇ ਨੇ। ਉਹ ਕਿਵੇਂ ਸਾੜਦੇ ਨੇ? ਗੁਰੂ ਕੇ ਸ਼ਬਦ ਨਾਲ ਉਹ ਆਪਣੇ ਅੰਦਰੋਂ ਪ੍ਰਮਾਤਮਾ ਦੇ ਹਿਰਦੇ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਤੇ ਅੰਦਰੋਂ ਹਉਮੈ ਨੂੰ ਸਾੜ ਲੈਂਦੇ ਹਨ। ਵਾਹ ਵਾਹ ਬੂਰੇ ਗੁਰ ਕੀ ਬਾਣੀ। ਧਨ ਹੈ, ਧਨ ਹੈ, ਪੂਰਾ ਗੁਰੂ ਵੀ ਧਨ ਹੈ। ਕਿਉਂਕਿ ਯਾਦ ਰੱਖੋ, ਸੰਸਾਰ ਤੇ ਅਧੂਰੇ ਗੁਰੂਆਂ ਦੀ ਕੋਈ ਕਮੀ ਨਹੀਂ ਹੈ, ਬੇਅੰਤ ਨੇ। ਅਧੂਰਾ ਬਣਨਾ ਕੋਈ ਔਖਾ ਨਹੀਂ ਹੈ। ਕੋਈ ਲੰਬਾ ਸਾਰਾ ਕੋਈ ਵੱਖਰੇ ਜੇ ਢੌਂਗ ਰਚ ਲਓ ਤੇ ਗੁਰੂ ਅਖਵਾਉਣ ਲੱਗ ਪੋ, ਲੋਕ ਮੱਥੇ ਟੇਕਣ ਲੱਗ ਜਾਣ, ਪੂਜਾ ਪ੍ਰਿਸ਼ਟਾ ਆਉਣ ਲੱਗ ਪਏ, ਧਨ ਦੌਲਤ ਪਦਾਰਥ ਆਉਣ ਲੱਗ ਪੈਣਗੇ। ਚੰਦ ਦਿਨਾਂ 'ਚ 4 ਗੱਲਾਂ ਕਹੋ, ਚੌਂ ਦੇ ਹੱਕ 'ਚ ਕਹੋ, ਜੋ ਪਬਲਿਕ ਚਾਹੁੰਦੀ ਉੱਦਾਂ ਦੀਆਂ ਕਹੀ ਜਾਓ। ਇਹ ਅਧੂਰੇ ਲੋਕਾਂ ਦੀ ਗੱਲ ਹੈ। ਸੰਸਾਰ ਦੇ ਲੋਕ ਭੁਲੇਖਾ ਭਰਮ ਖਾ ਜਾਂਦੇ ਨੇ, ਕਈ ਵਾਰ ਅਧੂਰਾ ਗੁਰੂ ਦੇਖ ਕੇ ਵੀ ਭਰਮ ਜਾਂਦੇ ਨੇ। ਲੇਕਿਨ ਜਿਹੜਾ ਪੂਰਾ ਗੁਰੂ ਹੈ ਨਾ, ਉਹ ਧਨਤਾ ਦੇ ਯੋਗ, ਉਹ ਕਦੀ ਇਹ ਨਹੀਂ ਦੇਖਦਾ ਕਿ ਇਹ ਰਾਜਾ ਹੈ ਜਾਂ ਪ੍ਰਜਾ ਹੈ, ਇਹ ਭਿਖਾਰੀ ਹੈ ਜਾਂ ਧਨਵਾਨ ਹੈ, ਇਹ ਦਾਤਾ ਹੈ, ਕੌਣ ਹੈ, ਇਹ ਨਹੀਂ। ਉਹ ਤਾਂ ਉਪਦੇਸ਼ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦਾ ਹੈ ਤੇ ਇੱਕੋ ਜਿਹਾ ਦਿੰਦਾ ਹੈ। ਵਾਹ ਵਾਹ ਪੂਰੇ ਗੁਰ ਕੀ ਬਾਣੀ,
ਪੂਰੇ ਗੁਰੂ ਦੀ ਬਾਣੀ ਧਨ ਹੈ, ਧਨ ਹੈ, ਧਨ ਹੈ। ਪੂਰੇ ਗੁਰ ਤੇ ਉਪਜੀ ਸਾਚ ਸਮਾਣੀ। ਇਹ ਪੂਰੇ ਗੁਰੂ ਦੇ ਹਿਰਦੇ ਵਿੱਚੋਂ ਉਪਜੀ ਹੈ ਤੇ ਇਹ ਸੱਚ ਦੇ ਨਾਲ ਸਮਾ ਦਿੰਦੀ ਹੈ। ਜੀਵ ਜਿਹੜਾ ਹੈ ਪ੍ਰਮਾਤਮਾ ਵਿੱਚ ਲੀਨ ਕਰਨ ਦੀ ਸਮਰੱਥਾ ਰੱਖਦੀ ਹੈ। ਰਹਾਉ ਠਹਿਰਾਓ ਦੇ ਕੇ ਸਤਿਗੁਰੂ ਜੀ ਬਿਆਨ ਕਰਦੇ ਹਨ। ਕਾਇਆ ਅੰਦਰ ਸਭ ਕਿਛ ਵਸੈ, ਖੰਡ ਮੰਡਲ ਪਾਤਾਲਾ। ਜਿਹੜਾ ਸਾਡਾ ਸਰੀਰ ਹੈ ਨਾ, ਸਰੀਰ ਦੇ ਅੰਦਰ ਸਾਰਾ ਕੁਝ ਵਸ ਰਿਹਾ ਹੈ। ਜਿਹੜੀ ਚੀਜ਼ ਮਨੁੱਖ ਬਾਹਰੋਂ ਲੱਭਦਾ ਫਿਰਦਾ ਹੈ ਨਾ, ਜੰਗਲਾਂ ਵਿੱਚੋਂ, ਬੇਲਿਆਂ ਵਿੱਚੋਂ, ਦੇਸ਼ਾਂ ਪ੍ਰਦੇਸ਼ਾਂ ਵਿੱਚੋਂ, ਹਿਲ ਸਟੇਸ਼ਨਾਂ ਤੇ ਜਾ ਕੇ ਲੱਭਦਾ ਹੈ, ਕੀ ਲੱਭਦਾ ਹੈ? ਉਹ ਲੱਭਦਾ ਹੈ ਆਤਮਿਕ ਸ਼ਾਂਤੀ। ਦੁਨੀਆ ਦੇ ਧਨ ਇਕੱਠਾ ਕਰ ਕਰਕੇ ਕੋਸ਼ਿਸ਼ ਕਰਦਾ ਹੈ ਕਿ ਆਤਮਿਕ ਸ਼ਾਂਤੀ ਮਿਲ ਜਾਵੇ। ਆਤਮਿਕ ਸ਼ਾਂਤੀ ਤਾਂ ਵੀ ਨਸੀਬ ਨਹੀਂ ਹੁੰਦੀ। ਹਿਲ ਸਟੇਸ਼ਨਾਂ ਤੇ ਜਾ ਕੇ ਲੱਭਦਾ ਆਤਮਿਕ ਸ਼ਾਂਤੀ ਮਿਲ ਜਾਏ ਤਾਂ ਵੀ ਨਸੀਬ ਨਹੀਂ ਹੁੰਦੀ। ਇਹ ਲੱਭਦਾ ਫਿਰਦਾ ਹੈ ਕਿ ਜੇ ਕਿਤੇ ਮੈਨੂੰ ਕਈ ਤਰ੍ਹਾਂ ਦੇ ਬਗੀਚਿਆਂ ਵਿੱਚ ਜਾਂਦਾ ਹੈ, ਸੈਰਗਾਹਾਂ ਤੇ ਜਾਂਦਾ ਹੈ ਕਿ ਮੈਨੂੰ ਆਤਮਿਕ ਸ਼ਾਂਤੀ ਮਿਲ ਜਾਵੇ। ਜਿਹੜੇ ਇਹ ਖੰਡਾਂ ਬ੍ਰਹਮੰਡਾਂ ਦੀ ਸਾਰੀ ਜਿਹੜੀ ਚੀਜ਼ ਲੱਭਦਾ ਦੁਨੀਆ ਵਿੱਚ ਘੁੰਮਦਾ ਫਿਰਦਾ ਹੈ, ਇਹ ਸਾਰਾ ਕੁਝ ਪ੍ਰਮਾਤਮਾ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੇ ਸਰੀਰ ਦੇ ਅੰਦਰ, ਐ ਜੀਵ ਤੇਰੇ ਇਸ ਸਰੀਰ ਰੂਪੀ ਭਾਂਡੇ ਦੇ ਅੰਦਰ ਵਸ ਰਿਹਾ ਹੈ। ਕਾਇਆ ਅੰਦਰ ਜਗ ਜੀਵਨ ਦਾਤਾ ਵਸੈ, ਸਭਨਾ ਕਰੇ ਪ੍ਰਤਪਾਲਾ। ਜਿਹੜਾ ਸਾਰੇ ਸੰਸਾਰ ਦੀ ਪ੍ਰਤਪਾਲਣਾ ਕਰਨ ਵਾਲਾ ਦਾਤਾ ਹੈ, ਜਿਹੜਾ ਸਾਰਿਆਂ ਨੂੰ ਦਾਤਾਂ ਦੇ ਕੇ ਨਿਵਾਜਦਾ ਹੈ, ਪਰਮਾਤਮਾ। ਦਾਤਾਂ ਦੇ ਕੇ ਕਈ ਵਾਰਾਂ ਸਾਡੇ ਮਨ 'ਚ ਸ਼ੰਕਾ ਆ ਜਾਂਦੀ, ਦਾਤਾ ਕਿਵੇਂ ਹੋਇਆ? ਬਾਣੀ 'ਚ ਤਾਂ ਪੜ੍ਹਦੇ ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨਹਾਰ, ਸਾਰਿਆਂ ਨੂੰ ਉਹ ਦੇ ਰਿਹਾ ਤੇ ਸਾਨੂੰ ਕਿੱਥੇ ਦਿੱਤਾ? ਅਸੀਂ ਤੇ ਬਾਜ਼ਾਰੋਂ ਲਿਆ ਕੇ ਸਾਰੇ ਪਦਾਰਥ ਛਕਦੇ ਹਾਂ, ਜਾਂ ਅਸੀਂ ਖੇਤਾਂ ਵਿੱਚ ਪੈਦਾ ਕਰਦੇ ਹਾਂ ਤਾਂ ਛਕਦੇ ਹਾਂ। ਯਾਦ ਰੱਖੋ, ਦਾਤਾਂ ਦੇਣ ਵਾਲਾ ਜਿਸ ਦਾਤੇ ਨੇ ਇਹ ਸਰੀਰ ਦਿੱਤਾ ਤੇ ਇਹ ਸਰੀਰ ਨੂੰ ਚਲਾਉਣ ਲਈ 36 ਪ੍ਰਕਾਰ ਦੇ ਪਦਾਰਥ ਦਿੱਤੇ। ਕਿਹੜੇ ਕਿਵੇਂ ਦਿੱਤੇ ਨੇ? ਅਸੀਂ ਤੇ ਸੇਬ ਬਾਜ਼ਾਰੋਂ ਲੈ ਕੇ ਖਾ ਰਹੇ ਹਾਂ। ਨਹੀਂ ਭਾਈ, ਜੇ ਸੇਬ ਦਾ ਬੀਜ ਪੈਦਾ ਨਾ ਕਰਦਾ ਤੇ ਅਸੀਂ ਕਿਵੇਂ ਲਿਆ ਕੇ ਖਾ ਸਕਦੇ ਸੀਗੇ? ਉਸ ਪ੍ਰਮਾਤਮਾ ਨੇ ਜਿਹੜਾ ਇਹ ਸਾਨੂੰ ਪਦਾਰਥ ਦਿੱਤੇ ਨੇ, ਸੇਬ ਦਾ ਬੀਜ ਪੈਦਾ ਕੀਤਾ, ਇਹ ਤੇ ਇੱਕ ਜਰੀਆ ਬਣਿਆ ਹੈ। ਫਿਰ ਹੋਰ ਇਸ ਤੋਂ ਵੀ ਕੀਮਤੀ ਪਾਣੀ, ਜਿਹਦੇ ਨਾਲ ਸਾਰੀ ਖੇਤੀ ਕਾਇਨਾਤ ਜਿਹੜੀ ਹਰਿਆਲੀ ਹੁੰਦੀ ਹੈ, ਇਹ ਵੀ ਉਹਦੀ ਨਿਆਮਤ ਦਿੱਤੀ ਹੋਈ ਦਾਤ ਹੈ। ਇਸ ਤੋਂ ਕੀਮਤੀ ਚੀਜ਼ ਆਕਸੀਜਨ ਵਰਗੀ ਦਾਤ ਉਸ ਦਾਤੇ ਨੇ ਸਾਨੂੰ ਦਿੱਤੀ। ਜੇ ਕਿਤੇ ਆਕਸੀਜਨ ਮੁੱਲ ਲੈ ਕੇ ਖਾਣੀ ਹੋਵੇ ਤੇ ਪਤਾ ਫਿਰ ਲੱਗਦਾ ਹੈ ਕਿ ਇਹਦੀ ਕੀਮਤ ਕੀ ਹੈ। ਸੋ ਉਸ ਦਾਤੇ ਨੇ ਜਿਸ ਨੇ ਸਾਡੇ ਤੇ ਕਿਰਪਾ ਕੀਤੀ, ਜਿਹੜਾ ਸਾਰੇ ਸ੍ਰਿਸ਼ਟੀ ਦਾ ਪ੍ਰਤਪਾਲਕ ਹੈ ਤੇ ਜੀਵਨ ਦੇਣ ਵਾਲਾ ਹੈ ਸਾਰਿਆਂ ਨੂੰ, ਉਹ ਪਰਮਾਤਮਾ, ਉਹ ਅਕਾਲ ਪੁਰਖ ਵਾਹਿਗੁਰੂ ਕਾਇਆ ਦੇ ਅੰਦਰ, ਸਾਡੀ ਦੇ ਅੰਦਰ ਵਸਦਾ ਹੈ। ਜਿਹੜਾ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਵਸਦਾ ਹੈ, ਉਹਨੂੰ ਫਿਰ ਬਾਹਰ ਲੱਭਣ ਦੀ ਜ਼ਰੂਰਤ ਨਹੀਂ ਹੈ। ਲੋਕ ਜੰਗਲਾਂ ਬੇਲਿਆਂ ਵਿੱਚ ਜਾ ਕੇ ਰੱਬ ਨੂੰ ਲੱਭਦੇ ਸੀ, ਪਰ ਉਹ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ, ਆਤਮਾ ਦੇ ਅੰਦਰ ਵਸਦਾ ਹੈ। ਸਾਹਿਬ ਕਹਿੰਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਬੰਦੇ ਖੋਜਾਂ ਬੜੀਆਂ ਕੀਤੀਆਂ ਬੰਦੇ ਨੇ, ਪਰ ਨਹੀਂ ਕੀਤੀ ਤੇ ਆਪਣੀ ਆਤਮਾ ਦੀ ਨਹੀਂ ਕੀਤੀ ਖੋਜ। ਦਿਲ ਹਰ ਰੋਜ਼ ਤੂੰ ਆਪਣੀ ਆਤਮਾ ਦੀ ਖੋਜ ਕਰੇਗਾ ਨਾ, ਫਿਰ ਪਰੇਸ਼ਾਨੀ ਮਾਹੇ, ਤੇਰੀਆਂ ਪਰੇਸ਼ਾਨੀਆਂ ਸਾਰੀਆਂ ਖਤਮ ਹੋ ਜਾਣਗੀਆਂ। ਕਾਇਆ ਕਾਮਨ ਸਦਾ ਸੁਹੇਲੀ, ਗੁਰਮੁਖ ਨਾਮ ਸੰਭਾਲਾ। ਉਹ ਜਿਹੜੀ ਜੀਵ ਰੂਪੀ ਇਸਤਰੀ ਹੈ, ਕਾਇਆ ਰੂਪੀ ਇਸਤਰੀ, ਸਦਾ ਸੁਖੀ ਵਸਦੀ। ਕਿਹੜੀ? ਗੁਰਮੁਖ ਨਾਮ ਸੰਭਾਲਾ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਗੁਰੂ ਦਾ ਨਾਮ ਸੰਭਾਲਿਆ, ਜਿਨ੍ਹਾਂ ਨੇ ਹਿਰਦੇ ਦੇ ਅੰਦਰ ਗੁਰੂ ਦੇ ਨਾਮ ਦੀ ਸੰਭਾਲਣਾ ਕੀਤੀ ਹੈ। ਕਾਇਆ ਅੰਦਰ ਆਪੇ ਵਸੈ, ਅਲਖ ਨ ਲਖਿਆ ਜਾਈ। ਇਸ ਕਾਇਆ ਦੇ ਅੰਦਰ, ਸਰੀਰ ਦੇ ਅੰਦਰ ਉਹ ਕਰਤਾ ਆਪ ਵਸਦਾ ਹੈ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ। ਮਨ ਮੁਖ ਮੁਗਧ ਬੂਝੈ ਨਾਹੀ, ਬਾਹਰ ਪਾਲਣ ਜਾਈ। ਜਿਹੜਾ ਮਨੁੱਖ ਮਨ ਦੇ ਪਿੱਛੇ ਦੌੜਦਾ ਹੈ ਨਾ, ਮਨ ਦੇ ਪਿੱਛੇ ਲੱਗਦਾ ਹੈ, ਮਨ ਦੇ ਪਿੱਛੇ ਲੱਗਣ ਵਾਲਾ ਮਨੁੱਖ ਮੂਰਖ ਮਨੁੱਖ ਮੰਨਿਆ ਬਾਣੀ ਨੇ। ਕਹਿੰਦੇ ਮਨ ਮੁਖ ਮੁਗਧ, ਮੁਗਧ ਦਾ ਅਰਥ ਹੁੰਦਾ ਹੈ ਮੂਰਖ। ਉਹ ਮੂਰਖ ਲੋਕ ਨੇ ਜਿਹੜੇ ਮਨ ਦੇ ਪਿੱਛੇ ਤੋਰਦੇ ਨੇ ਤੇ ਉਹ ਆਪਣੀ ਆਤਮਾ ਦੇ ਅੰਦਰ ਪ੍ਰਮਾਤਮਾ ਦੀ ਖੋਜ ਤਾਂ ਕਰਦੇ ਨਹੀਂ, ਬੁੱਝਦੇ ਨਹੀਂ, ਸਮਝਦੇ ਨਹੀਂ।
ਇਸ ਕਰਕੇ ਉਹ ਬਾਹਰ ਸੰਸਾਰ ਵਿੱਚ ਲੱਭਦੇ ਫਿਰਦੇ ਨੇ। ਸੋ ਬਾਹਰ ਭਾਲਣ ਜਾਈਦਾ ਮਤਲਬ ਬਾਹਰ ਲੱਭਦੇ ਫਿਰਦੇ ਹਨ। ਸਤਿਗੁਰ ਸੇਵੇ ਸਦਾ ਸੁਖ ਪਾਏ, ਸਤਿਗੁਰ ਅਲਖ ਦਿੱਤਾ ਲਖਾਏ। ਸਤਿਗੁਰੂ ਜੀ ਨੂੰ ਸਤਿਗੁਰ ਸੇਵੇ ਸਦਾ ਸੁਖ ਪਾਏ। ਜੇ ਸੱਚੇ ਗੁਰੂ ਨੂੰ, ਜਿਹੜਾ ਸਦੀਵ ਕਾਲ ਗੁਰੂ ਹੈ, ਇਹ ਉਹ ਗੁਰੂ ਹੈ ਸ਼ਬਦ ਗੁਰੂ, ਉਹ ਗੁਰੂ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਬਿਨ ਸ਼ਬਦ ਹੈ ਜਗ ਬਉਰਾਨੰਗ, ਜਿਹੜਾ ਹੈ ਸੰਸਾਰ ਸਾਰਾ ਕਮਲਾ ਹੈ, ਪਾਗਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਹ ਸਾਡੇ ਝੋਲੀ ਵਿੱਚ ਪਾਉਂਦੇ। ਸਤਿਗੁਰ ਸੇਵੇ ਸਦਾ ਸੁਖ ਪਾਏ, ਹਮੇਸ਼ਾ ਸੁਖੀ ਰਹਿਣਾ ਚਾਹੁੰਦੇ ਤੇ ਸਤਿਗੁਰੂ ਨੂੰ ਸਿਮਰਨਾ ਕਰ। ਗੁਰੂ ਕਿਰਪਾ ਕਰੇਗਾ, ਗੁਰੂ ਦੀ ਕਿਰਪਾ ਰਾਹੀਂ ਹੀ ਤੈਨੂੰ ਇਹ ਸਮਝ ਆਏਗੀ। ਗੁਰੂ ਤੈਨੂੰ ਦਿਖਾ ਦੇਵੇਗਾ ਕਿ ਇਹ ਤੇਰੀ ਆਤਮ ਦੇ ਅੰਦਰ ਜਿਹੜੇ ਵਿਸ਼ਿਆਂ ਦੀ ਮੈਲ ਲੱਗੀ ਹੈ, ਲੋਭ ਲਾਲਚ ਦੀ ਮੈਲ ਲੱਗੀ ਹੈ, ਤੇਰੇ ਅੰਦਰ ਕਾਂ ਕਰੋ ਲੋਭ ਮੋਹ ਹੰਕਾਰ ਜਿਹੜੇ ਵਸਦੇ ਨੇ, ਉਹ ਤੈਨੂੰ ਦਿਖ ਪੈਣਗੇ। ਕਿਉਂਕਿ ਆਤਮਾ ਦੇ ਮਨੁੱਖ ਆਪਣੇ ਮਨ ਵੱਲ ਨਹੀਂ ਝਾਕਦਾ, ਮਨੁੱਖ ਬਾਹਰ ਵੱਲ ਝਾਕਦਾ ਹੈ, ਆਪਣੇ ਮਨ ਵੱਲ ਨਹੀਂ ਝਾਕਦਾ। ਜਦੋਂ ਤੱਕ ਮਨ ਵੱਲ ਨਹੀਂ ਝਾਕੇਗਾ ਉਨੀ ਦੇਰ ਤੱਕ ਸਮਝ ਨਹੀਂ ਆਉਣੀ। ਗੁਰਬਾਣੀ ਨੇ ਫੈਸਲਾ ਦਿੱਤਾ ਹੈ। ਗੁਰਬਾਣੀ ਕਹਿੰਦੀ ਜਿਹੜਾ ਮਨ ਹੈ ਨਾ, ਜਦੋਂ ਕੋਈ, ਇਹ ਇੱਕ ਸ਼ੀਸ਼ੇ ਵਰਗਾ ਹੈ। ਕੋਈ ਬੰਦਾ ਇਹ ਕਵੇ ਕਿ ਆਪਣਾ ਫੇਸ ਵੇਖਣਾ ਹੋਵੇ, ਮੂੰਹ ਦੇਖਣਾ ਹੋਵੇ, ਤਾਂ ਅਸੀਂ ਸ਼ੀਸ਼ੇ ਦੇ ਸਾਹਮਣੇ ਖੜੇ ਹੁੰਦੇ ਹਾਂ। ਸ਼ੀਸ਼ਾ ਫਿਰ ਸੱਚ ਬਿਆਨ ਕਰਦਾ ਕਿ ਤੇਰਾ ਫੇਸ ਕਿਹੋ ਜਿਹਾ ਹੈ, ਤੇਰਾ ਮੂੰਹ ਕਿਹੋ ਜਿਹਾ ਹੈ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਕਿ ਜਿਹੜਾ ਮਨ ਹੈ ਨਾ, ਇਹ ਤੇਰਾ ਸ਼ੀਸ਼ੇ ਵਰਗਾ ਹੈ। ਤੂੰ ਆਪਣੇ ਮਨ ਦੇ ਅੰਤਸ਼ਕਰਨ ਦੇ ਵਿੱਚ ਝਾਕ ਕੇ ਤਾਂ ਵੇਖ। ਇਹ ਮਨ ਆਰਸੀ ਕੋ ਗੁਰਮੁਖ ਦੇਖੇ। ਤੇ ਇਹਨੂੰ ਜਿਹੜਾ ਦੇਖਦਾ ਕੌਣ ਹੈ? ਸਤਿਪੁਰਸ਼ ਦੇਖਦੇ ਨੇ, ਭਲੇ ਪੁਰਸ਼ ਦੇਖਦੇ ਨੇ। ਤੇ ਜਿਹੜੇ ਦੇਖਦੇ ਨੇ ਉਹੀ ਸੁਖੀ ਵਸਦੇ ਨੇ। ਜੋ ਸੁਖ ਕਉ ਚਾਹੇ ਸਦਾ, ਸ਼ਰਨ ਰਾਮ ਕੀ ਲੈ। ਰਾਮ ਦਾ ਅਰਥ ਇੱਥੇ ਰਮਿਆ ਹੋਇਆ ਹੈ। ਜੇ ਤੂੰ ਸੁਖੀ ਵਸਣਾ ਚਾਹੁੰਦਾ ਹੈ ਪਰਮਾਤਮਾ ਦੀ ਸ਼ਰਨ ਵਿੱਚ, ਗੁਰੂ ਦੀ ਸ਼ਰਨ ਵਿੱਚ, ਜਿਹੜਾ ਗੁਰੂ ਨੂੰ ਸਿਮਰਦਾ ਹੈ, ਸੇਵਾ ਕਰਦਾ ਹੈ, ਗੁਰੂ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਨਾ, ਉਹ ਆਤਮਿਕ ਤੌਰ ਤੇ ਸੁਖੀ ਹੋ ਜਾਂਦਾ। ਤੇ ਜਿਹੜਾ ਆਤਮਿਕ ਤੌਰ ਤੇ ਜੀਵ ਸੁਖੀ ਹੋ ਜਾਂਦਾ ਹੈ, ਉਸ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਉਹਨੂੰ ਸਾਰੀ ਆਤਮਾ ਦਾ ਅੰਦਰ ਆਪਣਾ ਅੰਤਸ਼ਕਰਨ ਦਿਖਾ ਦਿੰਦਾ ਹੈ। ਗੁਰੂ ਕਾਇਆ ਅੰਦਰ ਰਤਨ ਪਦਾਰਥ, ਭਗਤ ਭਰੇ ਭੰਡਾਰਾ। ਅਸਲ ਵਿੱਚ ਇਸ ਸਰੀਰ ਦੇ ਅੰਦਰ ਬੜੇ ਰਤਨ, ਕੀਮਤੀ ਪਦਾਰਥ ਜਿਹੜੇ ਨੇ ਉਹ ਛੁਪੇ ਹੋਏ ਨੇ। ਰਤਨ, ਜਵਾਹਰ ਮਾਨ, ਲਾਲ ਮੋਤੀ, ਹੀਰੇ ਨੇ ਹੀ ਇਸ ਬੁੱਧੀ ਦੇ ਅੰਦਰ। ਮੱਤ ਵਿੱਚ ਰਤਨ ਜਵਾਹਰ ਮਾਨਕ। ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਕਿਤੇ ਇੱਕ ਗੁਰੂ ਦੀ ਸਿੱਖਿਆ ਸੁਣ ਲਵੇਂਗਾ ਤੇ ਮੱਤ ਵਿੱਚ ਹੀਰੇ ਜਵਾਹਰਾਤ ਆ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਪਾ ਕੇ ਸਮਝਾਉਂਦੇ ਨੇ ਕਿ ਇਹਦੇ ਅੰਦਰ ਬੜੇ ਬੜੇ ਕੀਮਤੀ ਪਦਾਰਥ ਨੇ ਤੇਰੇ ਹਿਰਦੇ ਦੇ ਅੰਦਰ। ਉਹ ਕਿਹੜੇ ਨੇ? ਕਹਿੰਦੇ ਭਗਤ ਭਰੇ ਭੰਡਾਰਾ। ਭਗਤ ਭੱਬਾ ਗੱਗਾ ਤੇ ਤੱਤਾ ਹੋਵੇ, ਉਹਦਾ ਮਤਲਬ ਬਹੁਤੇ ਭਗਤਾਂ ਦੀ ਗੱਲ। ਭੱਬਾ ਗੱਗਾ ਤੇ ਤੱਤੇ ਨੂੰ ਔਂਕੜ ਆ ਜਾਵੇ, ਉਹਦਾ ਮਤਲਬ ਹੁੰਦਾ ਹੈ ਇੱਕ ਭਗਤ ਦੀ ਗੱਲ, ਇੱਕ ਵਚਨ ਹੈ। ਜੇ ਤੱਤੇ ਨੂੰ ਸਿਹਾਰੀ ਆ ਜਾਵੇ ਤੇ ਉਹਦਾ ਮਤਲਬ ਇਸਤਰੀਵਾਚਕ ਸ਼ਬਦ ਹੈ। ਭਾਵ ਉਹ ਭਗਤੀ ਹਿਰਦੇ ਦੇ ਅੰਦਰ, ਮਨ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਇਸ ਕਾਇਆ ਦੇ ਅੰਦਰ ਭਗਤੀ ਦੇ ਭੰਡਾਰ ਭਰੇ ਹੋਏ ਹਨ। ਤੇਰੇ ਹਿਰਦੇ ਵਿੱਚ ਪ੍ਰਮਾਤਮਾ ਦੀ ਇਬਾਦਤ ਦੇ ਭੰਡਾਰ ਭਰੇ ਹਨ, ਇਹਨਾਂ ਦਾ ਜਪਣਾ ਕਰ। ਇਸ ਕਾਇਆ ਅੰਦਰ ਨੌ ਖੰਡ ਪ੍ਰਿਥਵੀ, ਹਾਟ ਪਟਨ ਬਾਜ਼ਾਰਾ। ਇਸ ਸਰੀਰ ਦੇ ਅੰਦਰ ਬੜੇ ਬੜੇ ਬਾਜ਼ਾਰ ਨੇ, ਬੜੇ ਬੜੇ ਹੱਟ ਨੇ। ਸਤਿਗੁਰੂ ਜੀ ਕਹਿੰਦੇ ਆ ਕਿ ਇਹ ਜਿਹੜੇ 9 ਖੰਡ ਪ੍ਰਿਥਵੀ ਦੇ ਮੰਨੇ ਗਏ ਨੇ, ਉਹ ਸਾਰੇ 9 ਖੰਡਾਂ ਦੇ ਵਿੱਚ ਜੋ ਤੁਸੀਂ ਦੇਖਦੇ ਹੋ, ਉਹਨਾਂ ਦੀ ਜੇ ਕਿਤੇ ਤੂੰ ਆਤਮਿਕ ਤੌਰ ਤੇ ਹਿਰਦੇ ਦੇ ਅੰਦਰ ਦੇਖੇ ਤੇ ਉਸ ਤੋਂ ਵੀ ਕੀਮਤੀ ਹੱਟ ਨੇ, ਕੀਮਤੀ ਬਾਜ਼ਾਰ ਨੇ। ਜਿਹੜੇ 9 ਖੰਡਾਂ ਵਿੱਚ ਦੇਖਦਾ ਉਹ ਕਿਤੇ ਹਿਰਦੇ ਅੰਤਸ਼ਕਰਨ ਦੇ ਵਿੱਚ ਵੇਖ। ਤੇਰੇ ਅੰਤਸ਼ਕਰਨ ਵਿੱਚ, ਤੇਰੀ ਕਾਇਆ ਦੇ ਅੰਦਰ, ਤੇਰੇ ਸਰੀਰ ਦੇ ਅੰਦਰ ਉਹ ਸਭ ਪਦਾਰਥ ਹਨ। ਇਸ ਕਾਇਆ ਅੰਦਰ ਨਾਮ ਨੌ ਨਿਧ, ਪਾਈਆ ਗੁਰ ਕੈ ਸ਼ਬਦ ਵਿਚਾਰਾ। ਇਸ ਸਰੀਰ ਦੇ ਅੰਦਰ 9 ਨਿਧੀਆਂ ਹਨ। ਧਰਤੀ ਦੀਆਂ 9 ਨਿਧਾਂ ਮੰਨੇ, 9 ਖਜ਼ਾਨੇ ਮੰਨੇ ਨੇ। ਉਹ 9 ਖਜ਼ਾਨੇ ਤੇਰੇ ਸਰੀਰ ਦੇ ਅੰਦਰ ਨੇ। ਉਹ ਕਿਹੜੇ ਨੇ? ਨਾਮ ਦੇ ਖਜ਼ਾਨੇ ਤੇਰੇ ਸਰੀਰ ਦੇ ਅੰਦਰ ਨੇ। ਤੇ ਪਾਈਆ ਗੁਰ ਕਾ ਸ਼ਬਦ ਵਿਚਾਰਾ, ਗੁਰੂ ਦੀ ਸ਼ਬਦ ਦੀ ਵਿਚਾਰ ਦੁਆਰਾ, ਗੁਰੂ ਦੇ ਸ਼ਬਦ ਦੇ ਰਾਹੀਂ ਹੀ ਉਹਨਾਂ ਦਾ ਪ੍ਰਾਪਤੀ ਹੋਈ। ਜਿਹੜੇ 9 ਖਜ਼ਾਨੇ ਮੰਨੇ ਆ ਪ੍ਰਿਥਵੀ ਦੇ, ਜੇ ਉਹ ਪ੍ਰਾਪਤ ਕਰਨੇ ਚਾਹੁੰਦਾ ਹੈ ਨਾ ਕਿ ਮੈਨੂੰ
ਪ੍ਰਿਥਵੀ ਦੇ 9 ਖਜ਼ਾਨੇ ਮਿਲ ਜਾਣ, ਇਹ ਨਹੀਂ ਕਿ ਕਿਸੇ ਦੇ ਹੱਕ ਮਾਰ ਕੇ ਖਜ਼ਾਨੇ ਦੱਬ ਲਵੇਂ ਸੰਸਾਰ ਦੇ, ਇਹਨਾਂ ਨਾਲ ਗੱਲ ਨਹੀਂ ਉਹ ਬਣਨੀ। ਸੰਸਾਰ ਦੇ ਅੰਦਰ ਝਾਤ ਮਾਰ, ਤੇਰੇ ਹਿਰਦੇ ਦੇ ਅੰਦਰ 9 ਖਜ਼ਾਨੇ ਦੱਬੇ ਹੈ, ਜਿਨ੍ਹਾਂ 9 ਖਜ਼ਾਨਿਆਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੀ ਸ਼ਬਦ ਦੀ ਵਿਚਾਰ ਕੀਤਿਆਂ ਹੀ ਤੈਨੂੰ ਉਹ ਪ੍ਰਾਪਤ ਹੋ ਸਕਦੇ ਹਨ। ਕਾਇਆ ਅੰਦਰ ਤੋਲ ਤੁਲਾਵੈ, ਆਪੇ ਤੋਲਣ ਹਾਰਾ। ਇਸ ਸਰੀਰ ਦੇ ਅੰਦਰ ਛਲ ਕਿੰਨਾ ਹੈ, ਕਪਟ ਕਿੰਨਾ ਹੈ, ਠੱਗੀ ਕਿੰਨੀ, ਹੇਰਾ ਫੇਰੀ ਕਿੰਨੀ, ਵਿਸ਼ੇ ਕਿੰਨੇ ਹੈ, ਗੰਦਗੀ ਕਿੰਨੀ ਹੈ, ਇਹਨੂੰ ਤੋਲਣ ਵਾਲਾ ਜਿਹੜਾ ਹੈ ਨਾ ਉਹ ਆਪ ਹੀ ਤੋਲਦਾ ਹੈ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੇਰੇ ਅੰਤਸ਼ਕਰਣ ਦੀ ਤੋਲਣ ਵਾਲਾ ਉਹ ਆਪ ਤੋਲ ਲੈਂਦਾ ਹੈ। ਉਹ ਅੰਦਰ ਦੀ ਜਾਣਦਾ ਹੈ ਤੇਰੇ ਅੰਦਰ ਕੀ ਕੁਛ ਹੈ, ਉਹਨੂੰ ਮਾਪਣਾ ਤੋਲਣਾ ਉਹ ਜਾਣਦਾ ਹੈ। ਇਹੋ ਮਨ ਰਤਨ ਜਵਾਹਰ ਮਾਣਕ, ਤਿਸ ਕਾ ਮੂਲ ਅਫਾਰਾ। ਇਹ ਜਿਹੜਾ ਮਨ ਹੈ ਨਾ ਇਹ ਬੜਾ ਕੀਮਤੀ ਰਤਨ ਹੈ। ਇਹ ਮਨ ਰਤਨ ਜਵਾਹਰ ਮਾਣਕ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਜਿਹੜਾ ਇਹ ਮਨ ਹੈ ਜਦੋਂ ਪਰਮਾਤਮਾ ਦੇ ਨਾਲ ਜੁੜਦਾ ਹੈ, ਪਰਮਾਤਮਾ ਦੇ ਹੁਕਮ ਵਿੱਚ ਜੁੜ ਜਾਂਦਾ ਹੈ, ਤੇ ਫਿਰ ਇਹਦੀ ਕੋਈ ਕੀਮਤ ਨਹੀਂ ਦੱਸੀ ਜਾ ਸਕਦੀ। ਮੋਲ ਕਿਤਹਿ ਨਾਮ ਪਾਈਐ ਨਾਹੀ, ਨਾਮ ਪਾਈਐ ਗੁਰ ਵਿਚਾਰਾ। ਇਸ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਕੀਮਤ ਨਹੀਂ ਪਾਈ ਜਾ ਸਕਦੀ। ਕਿਹਦੀ ਨਾਮ ਜਿਹੜਾ ਗੁਰੂ ਨੇ ਬਖਸ਼ਿਸ਼ ਕੀਤਾ ਨਾ, ਉਸ ਨਾਮ ਦੀ, ਗੁਰੂ ਤੋਂ ਮਿਲੇ ਹੋਏ ਨਾਮ ਦੀ, ਜਿਹੜਾ ਅਸੀਂ ਅੰਮ੍ਰਿਤ ਛਕ ਕੇ 5 ਪਿਆਰੇ ਸਾਹਿਬਾਨ ਤੋਂ ਨਾਮ ਲੈਂਦੇ ਹਾਂ, ਉਸ ਨਾਮ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਨਾਮ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਵਿਚਾਰ ਨਾਲ ਹੁੰਦੀ ਹੈ। ਗੁਰਮੁਖ ਹੋਵੈ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਏ। ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਆਪਣੀ ਕਾਇਆ, ਆਪਣੀ ਅੰਤਸ਼ਕਰਣ ਦੇ ਵਿੱਚ ਝਾਕਦੇ ਨੇ, ਸਰੀਰ ਦੇ ਅੰਦਰ ਪ੍ਰਮਾਤਮਾ ਨੂੰ ਲੱਭ ਲੈਂਦੇ ਨੇ। ਤੇ ਜਿਨ੍ਹਾਂ ਨੇ ਅੰਦਰੋਂ ਪ੍ਰਮਾਤਮਾ ਲੱਭ ਲੈਂਦੇ ਨੇ, ਜਿਹੜੇ ਉਸ ਨੂੰ ਭੁੱਲ ਜਾਂਦੇ ਨੇ, ਉਹ ਭਰਮਾਂ ਵਿੱਚ, ਬਾਕੀ ਸਾਰੀ ਲੁਕਾਈ ਭਰਮਾਂ ਵਿੱਚ ਭਟਕੀ ਹੋਈ ਹੈ, ਲੋਭ ਲਾਲਚਾਂ ਵਿੱਚ ਭਟਕੀ ਹੋਈ ਹੈ। ਤ੍ਰਿਸ਼ਨਾ ਨਹੀਂ ਬੁਝਦੀ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ। ਕਦੀ ਪਦਾਰਥਾਂ ਨਾਲ ਕੋਈ ਬੰਦਾ ਕਵੇ ਕਿ ਮੈਂ ਆਤਮਾ ਰਜਾਉਣੀ ਹੈ ਤੇ ਨਹੀਂ ਰੱਜੇਗੀ, ਵਿਸ਼ਿਆਂ ਨਾਲ ਕਵੇ ਨਹੀਂ ਰੱਜੇਗੀ, ਕਿਉਂਕਿ ਇਹ ਤ੍ਰਿਸ਼ਨਾ ਦੀ ਅੱਗ ਇੱਕ ਉਹ ਅੱਗ ਹੈ। ਕੋਈ ਬੰਦਾ ਇਹ ਕਵੇ ਕਿ ਮੈਂ ਅੱਗ ਦੀ ਭੁੱਖ ਮਿਟਾਉਣੀ ਹੈ ਬਾਲਣ ਪਾ ਕੇ, ਤੇ ਇਹਦੇ ਵਿੱਚ ਅੱਗ ਵਿੱਚ ਜਿੰਨਾ ਜ਼ਿਆਦਾ ਬਾਲਣ ਪਾਓਗੇ ਉਹਦੀਆਂ ਓਨੀਆਂ ਲਾਟਾਂ ਉੱਚੀਆਂ ਹੁੰਦੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਤ੍ਰਿਸ਼ਨਾ ਦੀ ਉਹ ਭੁੱਖ ਹੈ, ਇਹਦੇ ਵਿੱਚ ਜਿੰਨੇ ਪਦਾਰਥ ਜ਼ਿਆਦੇ ਪਈ ਜਾਣ ਭੁੱਖ ਹੋਰ ਵੱਧਦੀ ਜਾਂਦੀ ਹੈ, ਇਹ ਕੋਈ ਰੁਕਦੀ ਨਹੀਂ ਹੈ। ਸਾਰਾ ਸੰਸਾਰ ਭਰਮ ਵਿੱਚ ਭਟਕ ਰਿਹਾ ਹੈ। ਜਿਹੜੇ ਗੁਰਮੁਖ ਜਾਣੇ ਉਹ ਆਪਣੇ ਹਿਰਦੇ ਨੂੰ ਖੋਜਦੇ ਨੇ, ਉਹ ਇਸ ਭਰਮ ਤੋਂ ਬਚ ਜਾਂਦੇ ਨੇ। ਬਾਕੀ ਸਾਰਾ ਸੰਸਾਰ ਇਸੇ ਪਦਾਰਥਾਂ ਦੇ ਭਰਮ ਵਿੱਚ ਭਟਕਿਆ ਹੋਇਆ ਹੈ, ਲੋਭ ਲਾਲਚਾਂ ਵਿੱਚ ਭਟਕਿਆ ਹੋਇਆ ਹੈ, ਦਿਨ ਰਾਤ ਭਟਕਣਾ ਵਿੱਚ ਪਿਆ ਰਹਿੰਦਾ ਹੈ। ਜਿਸਨੋਂ ਦੇ ਸੋਈ ਜਨ ਪਾਵੈ, ਹੋਰ ਕਿਆ ਕੋ ਕਰੇ ਚਤੁਰਾਈ। ਉਹ ਵਾਹਿਗੁਰੂ ਆਪ ਕਿਰਪਾ ਕਰਕੇ ਜਿਨ੍ਹਾਂ ਨੂੰ ਬਖਸ਼ਿਸ਼ ਕਰਦਾ ਹੈ ਨਾ, ਇਹ ਵਾਹਿਗੁਰੂ ਅਕਾਲ ਪੁਰਖ ਤਰੁੱਠ ਪਵੇ ਜਿਹਦੇ ਤੇ, ਗੁਰੂ ਦੀ ਮਿਹਰ ਹੋ ਜਾਵੇ, ਸੋ ਉਹ ਉਹਨਾਂ ਨੂੰ ਆਪ ਦਾਤਾਂ ਦਿੰਦਾ ਹੈ, ਆਪ ਨਿਵਾਜਦਾ ਹੈ ਨਾਮ ਦੀ ਦਾਤ ਦੇ ਕੇ। ਜਿਹਨੂੰ ਨਾਮ ਦੀ ਦਾਤ ਉਹਨੂੰ ਮਿਲਦੀ ਹੈ ਜਿਹਦੇ ਤੇ ਅਕਾਲ ਪੁਰਖ ਵਾਹਿਗੁਰੂ ਮਿਹਰਬਾਨ ਹੁੰਦਾ ਹੈ। ਉਹ ਗੁਰੂ ਦੀ ਗੋਦ ਵਿੱਚ ਆਉਂਦਾ, ਗੁਰੂ ਦੀ ਸੰਗਤ ਵਿੱਚ ਆਉਂਦਾ, ਗੁਰੂ ਕੋਲੋਂ ਉਹ ਜਿਹੜਾ ਸੁਭਾਅ ਸਿੱਖਦਾ, ਜੀਵਨ ਸਿੱਖਦਾ ਹੈ। ਜਿਸਨੋਂ ਦੇ ਸੋਈ ਜਨ ਪਾਵੇ, ਉਹੋ ਹੀ ਉਹਨੂੰ ਪ੍ਰਾਪਤ ਕਰਦਾ ਹੈ। ਹੋਰ ਕਿਆ ਕੋ ਕਰੇ ਚਤਰਾਈ। ਜੇ ਕੋਈ ਕਵੇ ਕਿ ਮੈਂ ਆਪਣੀਆਂ ਸਿਆਣਪਾਂ ਨਾਲ, ਚਤਰਾਈਆਂ ਨਾਲ, ਸਮਝਦਾਰੀ ਨਾਲ ਉਹਦੀ ਪ੍ਰਾਪਤੀ ਕਰ ਲਵਾਂ, ਤਾਂ ਇਹ ਗੱਲ ਅਸੰਭਵ ਹੈ। ਕਾਇਆ ਅੰਦਰ ਭਾਉ ਵਸੈ, ਗੁਰ ਪ੍ਰਸਾਦੀ ਪਾਈ। ਸਰੀਰ ਦੇ ਅੰਦਰ 2 ਚੀਜ਼ਾਂ ਵਸਦੀਆਂ ਨੇ। ਕਿਹੜੀਆਂ? ਇੱਕ ਪ੍ਰੇਮ ਤੇ ਦੂਜਾ ਡਰ। ਡਰ ਕਿਹਦਾ ਹੈ? ਉਸ ਸ਼ਕਤੀ ਦਾ ਹੋਣਾ ਚਾਹੀਦਾ ਜਿਸ ਦੇ ਉੱਪਰ ਹੋਰ ਕੋਈ ਸ਼ਕਤੀ ਨਹੀਂ ਹੈ। ਹਮੇਸ਼ਾ ਛੋਟੇ ਨੂੰ ਵੱਡੇ ਦਾ ਡਰ, ਵੱਡੇ ਨੂੰ ਉਹ ਤੋਂ ਵੱਡੇ ਦਾ, ਛੋਟੇ ਅਫਸਰ ਨੂੰ ਵੱਡੇ ਅਫਸਰ ਦਾ, ਵੱਡੇ ਅਫਸਰ ਨੂੰ ਉਹ ਤੋਂ ਵੱਡੇ ਦਾ। ਲੇਕਿਨ ਇਹ ਜਿਹੜਾ ਡਰ ਹੈ ਨਾ, ਪਰਮਾਤਮਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ, ਉਸ ਪਰਮਾਤਮਾ ਦਾ ਅੰਦਰ ਭਉ ਹੋਣਾ ਚਾਹੀਦਾ ਹੈ ਕਿ ਉਹ ਸਰਬ ਸ਼ਕਤੀਮਾਨ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਤੇ ਦੂਸਰਾ ਉਹਦੇ ਨਾਲ ਪਿਆਰ ਹੋਣਾ ਚਾਹੀਦਾ ਹੈ। ਕਾਇਆ ਦੇ ਅੰਦਰ 2 ਚੀਜ਼ਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ? ਕਹਿੰਦੇ ਕਾਇਆ ਅੰਦਰ ਭਾਉ ਵਸੈ।
ਇਹ ਭਉ ਤੇ ਭਾਉ ਵਸਦੇ ਨੇ। ਗੁਰ ਪ੍ਰਸਾਦੀ ਪਾਈ ਇਹ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ, ਗੁਰੂ ਦੀ ਰਹਿਮਤ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ। ਗੁਰ ਪ੍ਰਸਾਦ ਭਰਮ ਕਾ ਨਾਸ, ਭਰਮਾਂ ਦਾ ਨਾਸ ਗੁਰੂ ਦੀ ਕਿਰਪਾ ਦੁਆਰਾ ਹੁੰਦਾ ਹੈ। ਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਇਹ ਪ੍ਰਾਪਤੀ ਹੋ ਜਾਂਦੀ ਪਿਆਰ ਦੀ ਤੇ ਭਾਉ ਦੀ। ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ। ਸਰੀਰ ਦੇ ਅੰਦਰ ਹਿੰਦੂ ਧਰਮ ਵਿੱਚ ਦੇਵੀ ਦੇਵਤੇ 33 ਕਰੋੜ ਦੇਵੀ ਦੇਵਤੇ ਮੰਨੇ ਗਏ। ਸਤਿਗੁਰੂ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਉਹ ਤੇਰੇ ਹਿਰਦੇ ਦੇ ਅੰਦਰ, ਜਿਹਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ, ਜਿਹਨੇ ਦੇਵੀ ਦੇਵਤਿਆਂ ਨੂੰ ਬਣਾਉਣ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ ਤੇਰੀ ਹਿਰਦੇ ਦੇ ਅੰਦਰ, ਤੇਰੀ ਕਾਇਆ ਦੇ ਅੰਦਰ, ਤੇਰੇ ਸਰੀਰ ਦੇ ਅੰਦਰ ਉਹ ਵਸਿਆ ਹੋਇਆ ਹੈ। ਸੱਚਾ ਆਪਣਾ ਖੇਲ ਰਚਾਇਆ, ਆਵਾ ਗਉਣ ਪਾਸਾਰਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਤਮਾਸ਼ਾ ਰਚਿਆ ਹੋਇਆ ਹੈ, ਇਹ ਉਹਦੀ ਇੱਕ ਖੇਡ ਹੈ। ਇਹ ਖੇਡ ਆਪ, ਇਹ ਸਾਰਾ ਜਿਹੜਾ ਹੈ ਜੰਮਣ ਤੇ ਮਰਨ ਦਾ ਜਿਹੜਾ ਪਸਾਰਾ ਹੈ ਨਾ, ਇਹ ਉਸ ਪ੍ਰਮਾਤਮਾ ਨੇ ਆਪ ਹੀ ਚਲਾਇਆ ਹੋਇਆ ਹੈ, ਆਪ ਹੀ ਪਸਰਿਆ ਹੋਇਆ ਹੈ, ਆਪ ਹੀ ਬਣਾਇਆ ਹੋਇਆ ਹੈ। ਇਹ ਸਾਰਾ ਕੁਝ ਆਪਾਂ ਪੜ੍ਹਦੇ, ਹੁਕਮੈ ਜੰਮਣ ਹੁਕਮੇ ਮਰਨਾ। ਮਨੁੱਖ ਦਾ ਜਨਮ ਵੀ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ, ਤੇ ਮਨੁੱਖ ਦੀ ਮੌਤ ਵੀ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਨਹੀਂ। ਜੋ ਕੁਝ ਵੀ ਹੈ, ਇੱਥੋਂ ਤੱਕ ਵੀ ਬਾਣੀ ਨੇ ਮੰਨਿਆ ਹੈ ਕਿ ਜੋ ਘਾਹ ਫੂਸ ਫਲ ਫੁੱਲ ਪਸ਼ੂ ਪੰਛੀ ਜੋ ਉਤਪਤੀ ਹੈ, ਸਾਰਾ ਕੁਝ ਉਹਦੇ ਹੁਕਮ ਵਿੱਚ ਹੀ ਪੈਦਾ ਹੁੰਦਾ ਹੈ, ਹੁਕਮ ਵਿੱਚ ਹੀ ਖਤਮ ਹੁੰਦਾ ਹੈ। ਆਪਾਂ ਪੜ੍ਹਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਇਹ ਗੱਲ ਸਾਨੂੰ ਸਮਝਾ ਦਿੱਤੀ ਹੈ ਕਿ ਜੋ ਵੀ ਕੋਈ ਪੈਦਾ ਹੋਇਆ ਹੈ ਉਹ ਸਾਰਾ ਕੁਝ ਉਸ ਦੇ ਹੁਕਮ ਵਿੱਚ ਹੈ। ਚਾਹੇ ਘਾਹ ਫੂਸ ਹੋਵੇ, ਚਾਹੇ ਫਲ ਫੁੱਲ ਹੋਣ, ਚਾਹੇ ਪਸ਼ੂ ਪੰਛੀ ਹੋਣ, ਚਾਹੇ ਜਾਨਵਰ, ਚਾਹੇ ਮਨੁੱਖ ਹੋਣ। ਪੂਰਾ ਸਤਿਗੁਰ ਆਪ ਦਿਖਾਇਆ, ਸੱਚ ਨਾਮ ਨਿਸਤਾਰਾ। ਪੂਰੇ ਗੁਰੂ ਨੂੰ, ਜੋ ਸੱਚੇ ਗੁਰੂ ਨੂੰ ਅਸੀਂ ਮਿਲੇ ਤੇ ਸੱਚੇ ਗੁਰੂ ਨੇ ਸਾਨੂੰ ਦਿਖਾ ਦਿੱਤਾ ਕਿ ਸੱਚ ਨਾਮ ਨਿਸਤਾਰਾ। ਸੱਚ ਦਾ ਜਿਹੜਾ ਸਾਨੂੰ ਇਸ ਸੰਸਾਰ ਤੋਂ ਤਰਨ ਵਾਸਤੇ ਜਹਾਜ਼, ਆਪਾਂ ਪੜ੍ਹਦੇ ਵਾਹਿਗੁਰੂ ਨਾਮ ਜਹਾਜ਼ ਹੈ, ਜੋ ਚੜ੍ਹੇ ਸੋ ਉਤਰੈ ਪਾਰ। ਜਿਹੜਾ ਇਹ ਤੇ ਚੜ੍ਹ ਜਾਏਗਾ ਉਹ ਪਾਰ ਉਤਰੇਗਾ। ਪ੍ਰਮਾਤਮਾ ਦਾ ਨਾਮ ਜਿਹੜਾ ਹੈ ਆਤਮਾ ਦੇ ਸਵਾਰੀ ਕਰਨ ਵਾਸਤੇ ਜਹਾਜ਼ ਹੈ। ਪਰਮਾਤਮਾ ਦਾ ਨਾਮ ਆਤਮਾ ਦੀ ਸਵਾਰੀ ਲਈ ਜਹਾਜ਼ ਹੈ। ਇਹ ਜਿਹੜੀ ਗੱਲ ਦਿਖਾਈ ਇਹ ਸੱਚੇ ਗੁਰੂ ਨੇ, ਪੂਰੇ ਗੁਰੂ ਦੇ ਦੁਆਰਾ ਹੀ ਇਹਦੀ ਸਮਝ ਪਈ ਹੈ। ਸਾ ਕਾਇਆ ਜੋ ਸਤਿਗੁਰ ਸੇਵਾ, ਸੱਚਾ ਆਪ ਸਵਾਰੀ। ਸੋ ਇਹ ਕਾਇਆ ਦੇ ਵਿੱਚ ਜੋ ਸਤਿਗੁਰ ਸੇਵਾ, ਜਿਹੜੇ ਆਪਣੇ ਹਿਰਦੇ ਵਿੱਚ ਉਸ ਪ੍ਰਮਾਤਮਾ ਨੂੰ, ਸਤਿਗੁਰੂ ਨੂੰ ਸਿਮਰਦੇ ਹਨ, ਤੇ ਉਹ ਇਸ ਹਿਰਦੇ ਨੂੰ ਗੁਰੂ ਜਿਹੜਾ ਹੈ ਆਤਮਾ ਨੂੰ ਸਵਾਰ ਦਿੰਦਾ ਹੈ। ਬਿਨ ਨਾਵੈ ਦਰ ਢੋਈ ਨਾਹੀ, ਤਾ ਜਮ ਕਰੇ ਖੁਆਰੀ। ਨਾਮ ਤੋਂ ਬਿਨਾ ਇਸ ਆਤਮਾ ਨੂੰ ਢੋਈ ਨਹੀਂ ਜੇ ਮਿਲਣੀ। ਕੋਈ ਮਨੁੱਖ ਜਿੰਨਾ ਵੱਡਾ ਮਰਜੀ ਧਨਾਢ ਹੋਵੇ, ਧਨ ਹੋਵੇ, ਪਰ ਆਤਮਾ ਨੂੰ ਢੋਈ ਪਰਮਾਤਮਾ ਦੇ ਨਾਮ ਨਾਲ ਹੀ ਹੈ। ਆਤਮਾ ਦਾ ਟਿਕਾਓ, ਆਤਮਾ ਦੇ ਅੰਦਰ ਸੰਤੋਖ, ਸਬਰ, ਸਿਦਕ ਜਿਹੜਾ ਹੈ ਨਾ, ਇਹ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਆਉਂਦਾ ਹੈ, ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਕੇ ਆਉਂਦਾ ਹੈ। ਸੋ ਸਤਿਗੁਰੂ ਜੀ ਕਹਿੰਦੇ ਨਾਮ ਤੋਂ ਬਿਨਾ ਕੋਈ ਢੋਈ ਨਹੀਂ ਹੈ। ਜੇ ਨਾਮ ਤੋਂ ਬਿਨਾ ਜਿਹੜੇ ਮਨੁੱਖ ਨੇ ਉਹ ਖੱਜਲ ਖੁਆਰ ਹੁੰਦੇ ਨੇ ਤੇ ਜਮਾਂ ਦੀ ਮਾਰ ਸਹਿੰਦੇ ਹਨ। ਨਾਨਕ ਸੱਚ ਵਡਿਆਈ ਪਾਏ, ਜਿਸਨੋ ਹਰ ਕਿਰਪਾ ਧਾਰੇ। ਇਹ ਜਿਹੜੀ ਵਡਿਆਈ ਹੈ ਸੱਚ ਦੇ ਨਾਲ ਆਤਮਾ ਦਾ ਪਰਮਾਤਮਾ ਵਿੱਚ ਲੀਨ ਹੋਣਾ, ਸੱਚ ਦੇ ਨਾਲ ਅਭੇਦ ਹੋ ਜਾਣਾ, ਇਹ ਜਿਹੜੀ ਵਡਿਆਈ ਹੈ ਇਹ ਉਹਨਾਂ ਨੂੰ ਮਿਲਦੀ ਹੈ। ਸੱਚ ਵਡਿਆਈ ਪਾਏ, ਉਹ ਇਹਨੂੰ ਪਾਉਂਦੇ ਨੇ, ਉਹ ਪ੍ਰਾਪਤ ਕਰਦੇ ਨੇ, ਜਿਸ ਨੂੰ ਹਰ ਕਿਰਪਾ ਧਾਰੀ, ਜਿਹਦੇ ਤੇ ਪ੍ਰਮਾਤਮਾ ਦੀ ਮਿਹਰ, ਬਖਸ਼ਿਸ਼, ਕਿਰਪਾ ਹੁੰਦੀ ਹੈ, ਉਹੀ ਇਸ ਨੂੰ ਪ੍ਰਾਪਤ ਕਰਦੇ ਹੈ। ਨਹੀਂ ਤੇ ਲੋਕ ਸੰਸਾਰ ਦੇ ਜਿਹੜੇ ਪਦਾਰਥਾਂ ਵਿੱਚ ਖੱਚਤ ਹੋ ਕੇ ਆਪਣਾ ਜੀਵਨ ਨਿਰਾਰਥਕ ਜੀਵਨ ਜੀ ਜਾ ਰਹੇ ਆ, ਬੇਅਸਥ ਜੀਵਨ ਜੀ ਬਤੀਤ ਕਰ ਹੀ ਜਾ ਰਹੇ। ਆਪਣੇ ਪ੍ਰਮਾਤਮਾ ਨੂੰ ਭੁੱਲ ਕੇ ਮਨੁੱਖ ਇਹ ਭਰਮਾਂ ਵਿੱਚ ਭਟਕ ਕੇ ਆਪਣੀ ਲਾਈਫ ਜਿਹੜੀ ਹੈ ਡਿਸਟਰਾਏ ਕਰੀ ਜਾ ਰਿਹਾ ਹੈ, ਤਬਾਹ ਕਰੀ ਜਾ ਰਿਹਾ। ਇਸ ਮਨੁੱਖ ਨੇ ਕੇਵਲ ਤੇ ਕੇਵਲ ਦੁਨੀਆ ਦੇ ਪਦਾਰਥ ਸਭ ਕੁਝ ਸਮਝ ਲੈ, ਜੋ ਕਿ ਇਹਨਾਂ ਵਿੱਚੋਂ ਸਾਥ ਦੇਣ ਵਾਲਾ ਕੁਝ ਵੀ ਨਹੀਂ ਹੈ। ਯਾਦ ਰੱਖਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਇੱਥੇ ਬੜੇ ਬੜੇ ਲੋਕ ਹੰਕਾਰੀ ਆਏ, ਮੈਂ ਦੇਖੇ, ਜਿਨ੍ਹਾਂ ਨੇ ਇਹ
ਪਹਾੜੀ ਰਾਜਿਆਂ ਦੇ ਮਨ ਵਿੱਚ ਵੀ ਹੰਕਾਰ ਆ ਗਿਆ ਸੀ ਨਾ। ਉਹ ਕਹਿੰਦੇ ਕਿ ਅਸੀਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਕਿਲੇ ਢਾ ਦਿਆਂਗੇ। ਹਾਥੀ ਦੇ ਮੱਥੇ ਤੇ 7 ਲੋਹੇ ਦੇ ਤਵੇ ਬੰਨ੍ਹ ਦਿੱਤੇ। ਕਹਿਣ ਲੱਗੇ ਕਿ ਹੁਣ ਜਿਹੜਾ ਹੈ ਸ਼ਰਾਬ ਵਿੱਚ ਮਸਤ ਹੋਇਆ ਹਾਥੀ ਗੁਰੂ ਦੇ ਕਿਲੇ ਵੱਲ ਨੂੰ ਚੜਾ ਦਿੰਦੇ। ਤੇ ਪਰ ਗੁਰੂ ਦਾ ਇੱਕ ਖਾਲਸਾ ਗੁਰੂ ਦੀ ਬਖਸ਼ਿਸ਼ ਲੈ ਕੇ, ਬਖਸ਼ਿਸ਼ ਰੂਪੀ ਬਰਸ਼ੀ ਲੈ ਕੇ ਜਦੋਂ ਮਾਰਦਾ ਨਾਗਨੀ, ਤੇ ਉਹ 7 ਤਵੇ ਚੀਰ ਦਿੰਦਾ ਹੈ, ਨਾਸ਼ ਕਰਕੇ ਸੁੱਟ ਦਿੰਦਾ ਹੈ। ਜਿੱਥੇ ਗੁਰੂ ਦਾ ਖਾਲਸਾ ਹੋਵੇਗਾ ਉਹਦੇ ਅੱਗੇ ਦੁਨੀਆ ਦੀ ਕੋਈ ਸ਼ਕਤੀ ਖੜ ਨਹੀਂ ਸਕਦੀ। ਇੱਕ ਗੱਲ ਯਾਦ ਰੱਖਿਓ, ਜਦੋਂ ਤੱਕ ਖਾਲਸਾ ਪਿੱਠਾਂ ਜੋੜ ਕੇ ਖੜਿਆ ਰਹੇਗਾ ਉਦੋਂ ਤੱਕ ਤੁਹਾਡਾ ਰਾਜ ਰਹੇਗਾ, ਉਦੋਂ ਤੱਕ ਤੁਹਾਡੀਆਂ ਸ਼ਕਤੀਆਂ, ਦੁਨੀਆ ਦੀਆਂ ਸ਼ਕਤੀਆਂ ਤੁਹਾਡੇ ਕਦਮ ਚੁੰਮਦੀਆਂ ਰਹਿਣਗੀਆਂ। ਜਦੋਂ ਤੱਕ ਤੁਸੀਂ ਗਰਜਾ ਸਿੰਘ ਤੇ ਬੋਤਾ ਸਿੰਘ ਬਣੇ ਰਹੋਗੇ, ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦੀ ਹਾਜ਼ਰੀ ਲਿਖ ਵਿੱਚ ਲਾਉਣ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਤੇ ਗੁਰੂ ਦੇ ਬਚਨੇ ਆਪਣੇ ਹਿਰਦੇ 'ਚ ਵਸਾ ਲੈਣੇ। ਇੱਕ ਅਰਦਾਸ ਮੇਰੇ ਵਾਸਤੇ ਗੁਰੂ ਪਿਤਾ ਦੇ ਚਰਨਾਂ 'ਚ ਕਰ ਦੇਣੀ, ਬੇਸ਼ੱਕ ਗਰੀਬੀ ਦਾ ਰਾਜ ਬਖਸ਼ੀ, ਐ ਪਰਸੀਸ ਤੇ ਸਿੱਖੀ ਦਾ ਤਾਜ ਬਖਸ਼ੀ। ਸੰਗਤ ਜੀ, ਇੱਕ ਬੇਨਤੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੇ ਪ੍ਰਬੰਧਾਂ ਵੱਲੋਂ, ਮੈਨੇਜਰ ਸਾਹਿਬ ਔਰ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਮੌਕਾ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਆਓ ਆਖਰੀ ਪੰਕਤੀਆਂ ਪੜ੍ਹ ਕੇ ਗੁਰੂ ਫਤਿਹ ਦੀ ਸਾਂਝ ਕਰੀਏ ਜੀ। ਸਾਕਾਇਆ ਜੋ ਸਤਿਗੁਰ ਸੇਵਾ, ਸੱਚਾ ਆਪ ਸਵਾਰੀ, ਵਿਨ ਨਾਵੈ ਦਰ ਢੋਈ ਨਾਹੀ, ਤਾ ਜਮ ਕਰੇ ਖੁਆਰੀ। ਨਾਨਕ ਸੱਚ ਵਡਿਆਈ ਪਾਏ, ਜਿਸਨੂੰ ਹਰ ਕਿਰਪਾ ਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।